ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਹਜ਼ੂਰ। ਨਦਰ ਕਰਨੀ ਪਾਤਸ਼ਾਹ ਦਰਵੇਸ਼, ਕਿਰਪਾ ਕਰਨੀ ਹਜ਼ੂਰ। ਭੂਲ ਛਿਮੋ ਹਮਰੀ ਪ੍ਰਭਾਪਨ ਭੂਲਨਹਾਰ ਕਹਾਂ ਕੋ ਮੋਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਮਰਦਾਸ ਮਹਾਰਾਜ ਦੀ ਆਨੰਦ ਸਾਹਿਬ ਦੀ ਬਾਣੀ ਦੀ ਵਿਚਾਰ ਅਸੀਂ ਹਰ ਐਤਵਾਰ ਨੂੰ ਨਿਤ ਕਰਦੇ ਹਾਂ। ਇਹ ਅਲੌਕਿਕ ਬਾਣੀ ਅੰਤਰ ਮਨ ਦੀ ਵਿਚਾਰ ਹੈ, ਜੀਵਨ ਦੀ ਵਿਚਾਰ ਹੈ। ਜੀਵਨ ਦੇ ਹਰ ਪਹਿਲੂ ਦੇ ਪੱਖ ਦੀ ਵਿਚਾਰ ਹੈ ਔਰ ਇਸ ਸਾਰੀ ਸ੍ਰਿਸ਼ਟੀ ਦੀ ਵਿਚਾਰ ਹੈ। ਇਹ ਸਭ ਜਗਤ ਕਿਸ ਤਰਫ ਜਾ ਰਿਹਾ ਹੈ ਔਰ ਇਸ ਜਗਤ ਵਿੱਚ ਇਨਸਾਨ ਕੀ ਕਰਨ ਆਇਆ ਹੈ। ਗੁਰੂ ਮਹਾਰਾਜ ਸਾਨੂੰ ਅੱਜ ਦੀ ਪੌੜੀ ਵਿੱਚ ਕੁਝ ਹੋਰ ਡੂੰਘੇ ਜੀਵਨ ਦੇ ਵਿੱਚ ਉਤਾਰਨਗੇ। ਬੋਤਸਵਾਨਾ ਦੇ ਜੰਗਲਾਂ ਵਿੱਚ ਹਾਥੀ ਬਹੁਤ ਹੁੰਦੇ ਹੈ। ਜਦੋਂ ਉੱਥੇ ਪਾਣੀ ਮੁੱਕਦਾ ਹੈ ਤੇ ਹਾਥੀ ਆਪਣਾ ਰਾਹ ਲੱਭਦੇ ਹਨ, ਕਿੱਥੇ ਪਾਣੀ ਹੈ। 60 ਸਾਲ ਪੁਰਾਣੀ ਯਾਦਾਂ ਤਾਜ਼ੀਆਂ ਕਰਕੇ ਪਾਣੀ ਲੱਭ ਲੈਂਦੇ ਹਨ। 6 ਡੱਬਿਆਂ ਦੇ ਅੰਦਰ ਚੀਨੀ ਛਿਪਾ ਦਈਏ, ਚੀਟੀ ਆਪਣਾ ਰਾਹ ਲੱਭ ਲੈਂਦੀ ਹੈ। ਇਹ ਸਭ ਇਨਸਾਨ ਦੇ ਬਾਹਰ ਦੇ ਜੋਨਾਂ ਦੀ ਹਾਲਤ ਹੈ। ਜਿਹੜੇ ਜਾਨਵਰ ਨੇ ਉਹਨਾਂ ਨੂੰ ਆਪਣਾ ਰਾਹ ਲੱਭਣ ਦੀ ਵਿਧੀ ਹੈ, ਪਰ ਇਨਸਾਨ ਇੱਕ ਇਹੋ ਜਿਹੀ ਜੋਨ ਹੈ ਜਿਸ ਨੂੰ ਇਹੀ ਨਹੀਂ ਪਤਾ ਉਸਨੇ ਜਾਣਾ ਕਿੱਥੇ ਹੈ। ਰਾਹ ਤਾਂ ਪੁੱਛ ਸਕਦੇ ਹਾਂ ਸਭ ਨੂੰ, ਪਰ ਇਹ ਕਿਸ ਨੂੰ ਪੁੱਛੀਏ ਕਿ ਮੈਂ ਜਾਣਾ ਕਿੱਥੇ ਹੈ। ਔਰ ਇਸ ਦੇ ਉੱਪਰ ਇੱਕ ਹੋਰ ਬੜੀ ਕਮਾਲ ਦੀ ਗੱਲ ਹੈ, ਜੋ ਆਪਣੇ ਬਾਰੇ ਕੁਝ ਨਹੀਂ ਜਾਣਦਾ, ਆਪਣੇ ਅੰਤਰ ਬਾਰੇ ਗਿਆਨ ਨਹੀਂ ਰੱਖਦਾ, ਦੁਨੀਆ ਬਾਰੇ ਗਿਆਨ ਨਹੀਂ ਰੱਖਦਾ ਔਰ ਇਸ ਜੀਵਨ ਬਾਰੇ ਤਾਂ ਬਿਲਕੁਲ ਹੀ ਗਿਆਨ ਨਹੀਂ ਰੱਖਦਾ। ਉਹ ਆਪਣੇ ਆਪ ਨੂੰ ਜਤਾਂਦਾ ਹੈ ਕਿ ਉਹ ਸਭ ਕੁਝ ਜਾਣਦਾ ਹੈ। ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ, ਛੂਟੇ ਤਿਲ ਬੁਆੜ ਜੋ ਸੁੰਝੇ ਅੰਦਰ ਖੇਤ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਇੱਕ ਬਹੁਤ ਨਿਰਾਲੇ ਦਰਸ਼ਨ ਦਿੰਦੇ ਹਨ। ਮੈਨੂੰ ਨਹੀਂ ਲੱਗਦਾ ਜੀਵਨ ਦੇ ਵਿੱਚ, ਦੁਨੀਆ ਦੇ ਵਿੱਚ ਕੋਈ ਇਹੋ ਜਿਹਾ ਗ੍ਰੰਥ ਹੈ ਜਿਹੜੇ ਆਤਮਾ ਦਾ ਗਿਆਨ ਦਿੰਦਾ ਹੈ, ਨਿਰੋਲ ਆਤਮਾ ਦਾ ਗਿਆਨ। ਇੱਥੇ ਹੋਰ ਕਿਸੇ ਹੋਰ ਗੱਲ ਦੀ ਵਿਚਾਰ ਨਹੀਂ ਚੱਲ ਰਹੀ, ਪਰ ਜੀਵਨ ਬਾਰੇ ਵਿਚਾਰ ਚੱਲਦੀ ਹੈ। ਔਰ ਅੱਜ ਗੁਰੂ ਸਾਹਿਬ ਸਾਨੂੰ ਆਦੇਸ਼ ਕਰਕੇ ਦੱਸ ਰਹੇ ਹਨ ਕਿ ਇਸ ਮਨੁੱਖੀ ਜਨਮ ਦਾ ਗੋਲ ਕੀ ਹੈ, ਅਸੀਂ ਜਾਣਾ ਕਿੱਥੇ ਹੈ। ਤੱਤੇ ਸਾਰ ਨਾ ਜਾਣੀ। ਜੋ ਜੀਵਨ ਦਾ ਤੱਤ ਹੈ ਉਸ ਨੂੰ ਤਾਂ ਮੈਂ ਨਹੀਂ ਜਾਣਦਾ, ਮੈਂ ਜਤਾਂਦਾ ਹਾਂ ਮੈਂ ਸਭ ਕੁਝ ਜਾਣਦਾ ਹਾਂ ਔਰ ਇਸ ਦੇ ਵਿੱਚ ਹੀ ਜੀਵਨ ਸਾਰਾ ਬੇਅਰਥ ਜਾ ਰਿਹਾ ਹੈ। ਅੱਜ ਦੀ ਪੌੜੀ ਸਾਨੂੰ ਇੱਕ ਦਰਸ਼ਨ ਦੇਗੀ।
ਵੈਸੇ ਤੇ ਗੁਰੂ ਦੀ ਕਿਸੇ ਵੀ ਬਚਨ ਤੇ ਪਹਿਰਾ ਦੇ ਸਿੱਖ ਤਾਂ ਉਹਦਾ ਜੀਵਨ ਬਦਲ ਜਾਂਦਾ ਹੈ ਮਹਾਰਾਜ। ਗੁਰੂ ਸੇਤੀ ਸੰਮੁਖ ਹੋਵੇ ਜੇ ਕੋ ਸਿੱਖ। ਕੋਈ ਸਿੱਖ ਆਪਣਾ ਮਨ ਗੁਰੂ ਨੂੰ ਅਰਪਣ ਕਰ ਦੇ ਤਾਂ ਗੁਰੂ ਉਸ ਨੂੰ ਤਤ ਗਿਆਨ ਬਖਸ਼ਦਾ ਹੈ ਜੀਵਨ ਦਾ। ਅਸੀਂ ਹਰ ਚੀਜ਼ ਨੂੰ ਨਾਪਦੇ ਹਾਂ, ਤੋਲਦੇ ਹਾਂ, ਪਾਵਰ, ਪੈਸੇ ਔਰ ਸ਼ਕਤੀ ਤੋਂ ਹੀ ਜਾਣਦੇ ਹਾਂ ਕਿ ਕੁਝ ਹੈ ਜਾਂ ਨਹੀਂ ਹੈ। ਸਮਝਾਉਣ ਲਈ ਗੁਰੂ ਨੇ ਦੱਸ ਹੀ ਦਿੱਤਾ ਕਿ ਇੱਕ ਰਾਜ ਬਖਸ਼ਿਆ ਜਾ ਰਿਹਾ ਹੈ। ਸਾਨੂੰ ਫਿਰ ਹੀਰਿਆਂ ਦੀ ਲੋੜ ਪੈਂਦੀ ਹੈ ਦੁਨੀਆ ਵਿੱਚ ਨਾਪਣ ਲਈ, ਤਾਂ ਗੁਰੂ ਨੇ ਇਹ ਵੀ ਕਹਿ ਦਿੱਤਾ ਕਿ ਹੀਰੇ ਵੀ ਹਨ, ਹੀਰੇ ਜਿਤ ਜੜਾਓ। ਇਹ ਸਾਰੇ ਸ਼ਬਦ ਇਹੀ ਦੱਸਣ ਲਈ ਹਨ ਕਿ ਇੱਕ ਬਹੁਤ ਮੁੱਲਵਾਨ ਵਸਤੂ ਦੀ ਗੱਲ ਚੱਲ ਰਹੀ ਹੈ, ਬਹੁਤ ਵੈਲਿਊਬਲ ਐਸਪੈਕਟ ਆਫ ਲਾਈਫ ਡਿਸਕਸ ਹੋ ਰਿਹਾ ਹੈ। ਇਸ ਜੀਵਨ ਵਿੱਚ ਉਹਨੂੰ ਜਾਣਿਆ ਨਹੀਂ ਜਾ ਸਕਦਾ। ਇਹ ਜੀਵਨ ਤੇ ਚੱਲ ਰਿਹਾ ਹੈ, ਵਿਵਹਾਰਕ ਹੈ, ਇਹਦੇ ਵਿੱਚ ਕੋਈ ਕੌਨਫਲਿਕਟ ਨਹੀਂ ਹੈ ਕਿ ਇਸ ਨੂੰ ਜੀਂਦੇ ਹੋਏ ਮੈਂ ਨਿਰੰਕਾਰ ਦੇ ਦਰਸ਼ਨ ਨਹੀਂ ਕਰ ਪਾ ਰਿਹਾ। ਗੁਰੂ ਕਹਿੰਦਾ ਹੈ ਕੋਈ ਕੌਨਫਲਿਕਟ ਨਹੀਂ ਹੈ, ਇਹਨੂੰ ਜੀਂਦੇ ਜੀ ਹੀ ਕੀਤਾ ਜਾ ਸਕਦਾ ਹੈ। ਬਾਅਦ ਦਫਾ ਅਸੀਂ ਵੀ ਇਸ ਤਰ੍ਹਾਂ ਸੋਚਦੇ ਹਾਂ ਕਿ ਇਹ ਹੋ ਜਾਏਗਾ ਤਾਂ ਫਿਰ ਮੈਂ ਨਾਮ ਜਪਾਂਗਾ, ਜਾਂ ਬਸ ਇਹ ਕਾਰਜ ਹੋ ਜਾਏ ਤਾਂ ਮੈਂ ਜਪਾਂਗਾ, ਤਾਂ ਮੈਂ ਬਾਣੀ ਪੜ੍ਹ ਕੇ ਵਿਚਾਰ ਕਰਾਂਗਾ। ਮਨ ਦੇ ਭੁਲੇਖੇ ਹਨ ਮਹਾਰਾਜ। ਜੀਵਨ ਦੇ ਮਸਲੇ ਆਪਣੀ ਜਗ੍ਹਾ ਤੇ ਹਨ, ਪਰ ਦੁਨੀਆ ਦੇ ਵਿੱਚ ਜਿਹੜੇ ਮਨ ਦੇ ਮਸਲੇ ਹਨ ਉਹ ਸਭ ਤੋਂ ਸਿਖਰ ਤੇ ਹਨ, ਔਰ ਉਹਨਾਂ ਨੂੰ ਸੁਲਝਾ ਲੈਣਾ ਸਭ ਕੁਝ ਸੁਲਝਾ ਲੈਣਾ ਹੈ। ਔਰ ਉਹਨਾਂ ਨੂੰ ਨਾ ਸੁਲਝਾ ਕੇ ਜੀਵਨ ਦੀ ਸਾਰੇ ਮਸਲੇ ਸੁਲਝ ਵੀ ਜਾਣ ਤਾਂ ਕੁਝ ਵੀ ਨਹੀਂ ਸੁਲਝਿਆ ਹੈ, ਬਸ ਉੱਥੇ ਹੀ ਖੜੇ ਹਾਂ। ਅੱਜ ਇਹ ਵੀ ਸਮਝਾਣਗੇ ਗੁਰੂ ਅਮਰਦਾਸ, ਕਿਤਨਾ ਪ੍ਰੇਮ ਦਾ ਭਰਿਆ ਗੁਰੂ ਹੈ। ਬਾਣੀ ਆਨੰਦ ਦੀ ਚੱਲ ਰਹੀ ਹੈ। ਅੱਜ ਅਸੀਂ 27ਵੀਂ ਪੌੜੀ ਦੇ ਦਰਸ਼ਨ ਕਰਾਂਗੇ। ਗੁਰੂ ਸਾਨੂੰ ਸਾਡੇ ਬਾਰੇ, ਸਾਡੇ ਜੀਵਨ ਬਾਰੇ, ਦੁਨੀਆ ਬਾਰੇ ਇਹਨਾਂ ਪੌੜੀਆਂ ਵਿੱਚ ਦਰਸ਼ਨ ਕਰਾ ਰਹੇ ਹਨ। ਪਰ ਅਗਰ ਅਸੀਂ ਗੁਰੂ ਅੱਗੇ ਸੰਮੁਖ ਹੋਵਾਂਗੇ ਤਾਂ ਇਹ ਬਾਣੀ ਮਨ ਵਿੱਚ ਉਤਰ ਜਾਏਗੀ, ਔਰ ਬਾਣੀ ਔਰ ਗੁਰੂ ਇੱਕ ਹੀ ਹੈ ਮਹਾਰਾਜ। ਇੱਥੇ ਥੋੜਾ ਮਨ ਖੜਾ ਹੋ ਜਾਂਦਾ ਹੈ। ਇੱਕ ਵਾਰ ਜੀਵ ਵਿੱਚ ਨਿਕਲਦਾ ਹੈ ਧੰਨ ਗੁਰੂ ਅਮਰਦਾਸ ਮਹਾਰਾਜ। ਗੁਰੂ ਦਾ ਧੰਨਵਾਦ ਔਰ ਪ੍ਰੇਮ ਤਾਂ ਜਗਦਾ ਹੈ ਮਨ ਵਿੱਚ। ਇਹ ਜਨ ਪਰਉਪਕਾਰੀ ਆਏ। ਇਹ ਸਾਰੀ ਬਾਣੀ ਸਾਨੂੰ ਦੱਸਣ ਵਾਸਤੇ ਹੈ ਕਿ ਜੀਵਨ ਕੀ ਹੈ ਔਰ ਮੈਂ ਜਾਣਾ ਕਿੱਥੇ ਹੈ। ਇੱਕ ਜਾਨਵਰ ਜਾਣਦਾ ਹੈ ਉਸਨੇ ਕਿੱਥੇ ਜਾਣਾ ਹੈ, ਔਰ ਇਨਸਾਨ ਨਹੀਂ ਜਾਣਦਾ ਕਿ ਉਹ ਕਿਧਰ ਤੋਂ ਆਇਆ ਹੈ ਔਰ ਕਿਧਰ ਉਸਨੇ ਜਾਣਾ ਹੈ। ਹਾਂ, ਸ਼ਾਮ ਨੂੰ ਪਾਰਟੀ ਦੇ ਵਿੱਚ 2 ਪੈਗ ਪੀ ਕੇ ਜਿਤਨੇ ਲੈਕਚਰ ਸੁਣਨੇ ਹੋਣ ਉਸ ਤੋਂ ਸੁਣ ਸਕਦੇ ਹੋ ਗਿਆਨ ਬਾਰੇ। ਸਭ ਬਾਤ ਬਕਾਏ। ਜੀਵਨ ਔਰ ਸਮਾਂ ਔਰ ਸ਼ਕਤੀ ਤਿੰਨੋਂ ਹੀ ਖਤਮ ਕਰ ਲਈ ਅਸੀਂ। ਅੱਜ ਗੁਰੂ ਬਹੁਤ ਨਿਰਾਲੀ ਗੱਲ ਕਰਨਗੇ। ਮੱਥਾ ਟੇਕਣ ਦਾ ਜੀ ਕਰਦਾ ਹੈ,
ਇੱਕ ਇਹੋ ਜਿਹੀ ਗੱਲ ਕਰਨਗੇ ਜਿਹਦੇ ਨਾਲ ਜੀਵਨ ਬਹੁਤ ਸਾਧਾਰਨ ਤਰ੍ਹਾਂ ਸਮਝ ਆ ਜਾਏਗਾ, ਔਰ ਸ਼ਾਇਦ ਮੇਰਾ ਅਗਰ ਅਮਲ ਵਿੱਚ ਆ ਜਾਏ ਤਾਂ ਮੇਰਾ ਮਨ ਵੀ ਪਲਟ ਜਾਏਗਾ। ਮਹਾਰਾਜ, ਆਓ ਇਸ 27ਵੀਂ ਪੌੜੀ ਦੇ ਕੁਝ ਪੜ੍ਹ ਕੇ ਦਰਸ਼ਨ ਕਰਦੇ ਹਾਂ। ਮਨ ਵਿੱਚ ਬਾਣੀ ਬੈਠੇ, ਫਿਰ ਗੁਰੂ ਨੂੰ ਮਿਲਣ ਦਾ ਯਤਨ ਕਰਦੇ ਹਾਂ ਵਿਚਾਰਾਂ ਵਿੱਚ, ਔਰ ਕੀ ਪਤਾ ਕਿਰਪਾ ਹੋ ਜਾਏ। ਇੱਕ ਅਰਦਾਸ ਮਨ ਵਿੱਚ ਰਹੇ, ਮਹਾਰਾਜ ਪ੍ਰਤੱਖ ਹੋ ਜਾਏ। ਮਹਾਰਾਜ, ਮਨ ਚੂਰੇ ਘਟ ਦਰਸ਼ਨ ਜਾਣ। ਜਦੋਂ ਮਨ ਗਿਰੇਗਾ ਤਾਂ ਦਰਸ਼ਨ ਹੋਣਗੇ। ਫਿਰ ਗੁਰੂ ਨੇ ਇਸ ਨੂੰ ਲੋੜ ਸੁਰਤ ਕਰੇ ਇਸ ਤਰ੍ਹਾਂ ਸਮਝਾਇਆ ਹੈ। ਦੁਨੀਆ ਇਸ ਨੂੰ ਥਰਡ ਆਈ ਕਹਿੰਦੀ ਹੈ। ਇੱਕ ਮਨ ਤੋਂ ਦਰਸ਼ਨ ਹਨ, ਇਹਨਾਂ ਅੱਖਾਂ ਤੋਂ ਨਹੀਂ ਹਨ। ਮਹਾਰਾਜ, ਜਦੋਂ ਮਨ ਗਿਰੇਗਾ ਤਾਂ ਦਰਸ਼ਨ ਹੋਣਗੇ। ਆਓ ਪ੍ਰੇਮ ਸਹਿਤ ਸਭ ਮਿਲ ਕੇ ਗੁਰੂ ਨੂੰ ਅਰਦਾਸ ਕਰੀਏ, ਫਿਰ ਇਸ ਬਾਣੀ ਦੀ ਪੌੜੀ ਦੀ ਵਿਚਾਰ ਵਿੱਚ ਉਤਰੀਏ, ਸਾਨੂੰ ਗਿਆਨ ਹੋ ਜਾਏ ਮੈਂ ਆਇਆ ਕੀ ਕਰਨਾ। ਧੰਨਵਾਦ। ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ, ਤਤੈ ਸਾਰ ਨਾ ਜਾਣੀ। ਤਤੈ ਸਾਰ ਨਾ ਜਾਣੀ ਗੁਰੂ ਬਾਝੋ, ਤਤੈ ਸਾਰ ਨਾ ਜਾਣੀ। ਤਿਹ ਗੁਣੀ ਸੰਸਾਰ ਬ੍ਰਹਮ ਸੁੱਤਾ, ਸੁੱਤਿਆ ਰਹਿਣ ਬਿਆਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਤਿਨਾ ਹਰ ਮਨ ਵਸਿਆ। ਬੋਲੇ ਅੰਮ੍ਰਿਤ ਬਾਣੀ, ਕਹਿ ਨਾਨਕ ਸੋ ਤਤ ਪਾਏ। ਤਿਸਨੂੰ ਅੰਦਨ ਹਰ ਲਿਵ ਲਾਗੈ, ਜਾਗਤ ਰਹਿਣ ਬਿਹਾਣੀ। ਕਹਿ ਨਾਨਕ ਸੋ ਤਤ ਪਾਏ, ਤਿਸਨੂੰ ਅੰਦਨ ਹਰ ਲਿਵ ਲਾਗੈ, ਜਾਗਤ ਰਹਿਣ ਬਿਹਾਣੀ। ਵਾਹਿਗੁਰੂ ਜੀ। ਵਾਹਿਗੁਰੂ ਜੀ, ਧੰਨਵਾਦ ਮਹਾਰਾਜ। ਮੈਂ ਕਿਤਨੀ ਡੂੰਗੀ ਨੀਂਦਰ ਵਿੱਚ ਹਾਂ ਕਿ ਮੈਨੂੰ ਪਤਾ ਨਹੀਂ ਮੈਂ ਸੁੱਤਾ ਹਾਂ। ਮੈਂ ਕਿਤਨੀ ਗਹਿਰੀ ਨੀਂਦ ਵਿੱਚ ਹਾਂ ਕਿ ਮੈਨੂੰ ਗਿਆਨ ਹੀ ਨਹੀਂ ਹੋ ਕੀ ਰਿਹਾ ਹੈ। ਔਰ ਜਿਸ ਨੀਂਦ ਵਿੱਚ ਮੈਂ ਹਾਂ ਉੱਥੇ ਮੈਨੂੰ ਇਹੀ ਦਿਖਦਾ ਹੈ ਕਿ ਇਹ ਰਿਐਲਿਟੀ ਹੈ। ਇਹ ਮੇਰੇ ਜੀਵਨ ਦਾ ਹਾਲ ਹੈ। ਮਹਾਰਾਜ, ਅਸੀਂ ਜਿਹੜਾ ਜੀਵਨ ਜੀ ਰਹੇ ਹਾਂ ਉਹ ਇੱਕ ਨੀਂਦਰਾ ਹੈ, ਉਹ ਸਤ ਨਹੀਂ ਹੈ। ਕਿ ਉਸ ਨੂੰ ਨਹੀਂ ਜੀਣਾ ਹੈ? ਮਹਾਰਾਜ, ਇਹ ਨਹੀਂ ਗੁਰੂ ਕਹਿ ਰਿਹਾ। ਗੁਰੂ ਕਹਿ ਰਿਹਾ ਹੈ ਕਿ ਇਹਦੇ ਵਿੱਚ ਜੀਂਦੇ ਹੋਏ ਜਗ ਜਾਈਏ ਇੱਕ ਸਤ ਨੂੰ, ਜੋ ਦੁਨੀਆ ਦਾ ਸਤ ਹੈ। ਔਰ ਜਦੋਂ ਅਸੀਂ ਸਤ ਨੂੰ ਜਗਾਂਗੇ ਤਾਂ ਇਹ ਜੀਵਨ ਔਰ ਉਹ ਜੀਵਨ ਜੋ ਤਤ ਗਿਆਨ ਹੈ ਜੀਵਨ ਦਾ, ਉਹ ਪ੍ਰਤੱਖ ਹੋ ਜਾਏਗਾ। ਇਸ ਜੀਵਨ ਦਾ ਜਿਹੜਾ ਅਲਟੀਮੇਟ ਫੋਕਸ ਹੈ ਉਹਦਾ ਗਿਆਨ ਹੋ ਜਾਏਗਾ। ਮਹਾਰਾਜ, ਮੈਂ ਜੀਤਾ ਰਿਹਾ ਹਾਂ, ਸਭ ਕੁਝ ਕਰ ਰਿਹਾ ਹਾਂ, ਪਰ ਇਹ ਜੀਵਨ ਜਸਟ ਵਿਜ਼ਿਟਿੰਗ ਹੈ। ਇੱਥੇ ਰਹੇਗਾ ਤਾਂ ਕੋਈ ਵੀ ਨਹੀਂ। ਔਰ ਜਿਸ ਤਰ੍ਹਾਂ ਮੈਂ ਜੀ ਰਿਹਾ ਹਾਂ ਉਹ ਜਸਟ ਵਿਜ਼ਿਟਿੰਗ ਦਾ ਐਟੀਟਿਊਡ ਨਹੀਂ ਹੈ। ਉਹ ਇਹ ਸੋਝੀ ਵਿੱਚ ਹੈ ਕਿ ਮੈਂ ਸਦਾ ਲਈ ਇੱਥੇ ਰਹਿਣਾ ਹੈ। ਕੁਝ ਇਸ ਪੌੜੀ ਵਿੱਚ ਚੀਜ਼ਾਂ ਸਮਝਣ ਵਾਲੀਆਂ ਹਨ। ਪਿਛਲੀ ਪੌੜੀ ਵਿੱਚ ਗੁਰੂ ਅਮਰਦਾਸ ਮਹਾਰਾਜ ਨੇ ਸ਼ਿਵ ਔਰ ਸ਼ਕਤੀ ਦੀ ਗੱਲ ਕੀਤੀ ਹੈ। ਜਿੱਥੇ ਸ਼ਿਵ ਨਿਰੰਕਾਰ ਰੂਪ ਹਾਜ਼ਰ ਸ਼ਕਤੀ ਹੈ ਜੋ ਕਣ ਕਣ ਵਿੱਚ ਵਸਿਆ ਹੈ, ਔਰ ਸ਼ਕਤੀ ਉਸ ਐਨਰਜੀ ਹੈ ਜਿਹੜੀ ਫਲੋ ਕਰਦੀ ਹੈ ਕ੍ਰੀਏਸ਼ਨ ਦੇ ਵਿੱਚ। ਇਹ ਸ਼ਕਤੀ ਤਿੰਨਾਂ ਗੁਣਾਂ ਦੇ ਵਿੱਚ ਫਲੋ ਕਰਦੀ ਹੈ, ਗੁੱਡ ਬੈਡ ਅਗਲੀ ਸਮਝ ਲਈਏ, ਇਹਨੂੰ ਵਿਚਾਰਾਂਗੇ। ਜੋ ਕੁਝ ਮੈਂ ਦੇਖਦਾ ਹਾਂ, ਜੋ ਕੁਝ ਮੈਂ ਜੀਂਦਾ ਹਾਂ, ਇਹ ਤਿੰਨਾਂ ਗੁਣਾਂ ਦੇ ਵਿੱਚ ਹੈ, ਕੁਆਲਿਟੇਟਿਵ ਹੈ। ਬਿਨਾਂ ਕੁਆਲਿਟੀ ਦੇ ਮੈਂ ਕੁਝ ਵੀ ਨਹੀਂ ਜਾਣਦਾ।
ਸਿੱਧ ਗੋਸ਼ਟ ਵਿੱਚ ਗੁਰੂ ਅਮਰਦਾਸ ਮਹਾਰਾਜ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ, ਅਵਗਤੋ ਨਿਰਮਾਇਲ ਉਪਜੇ। ਅਨਡਿਫਾਈਨਡ, ਜਿਹੜੀ ਚੀਜ਼ ਵਿੱਚ ਕੋਈ ਫਾਰਮ, ਸ਼ੇਪ, ਡੈਫੀਨੇਸ਼ਨ ਨਹੀਂ ਹੈ, ਉੱਥੋਂ ਉਪਜਰੀ ਹੈ ਸ਼ਕਤੀ। ਉਹ ਸੋਰਸ ਹੈ ਦੁਨੀਆ ਦਾ। ਮੈਂ ਉਹੋ ਜਿਹੀ ਕੋਈ ਵਸਤੂ ਜੀਵਨ ਵਿੱਚ ਨਹੀਂ ਜਾਣਦਾ ਹਾਂ। ਮੈਂ ਸਾਰੀ ਡਿਫਾਈਨਡ ਚੀਜ਼ਾਂ ਹੀ ਜਾਣਦਾ ਹਾਂ। ਔਰ ਅੱਜ ਕੱਲ੍ਹ ਜਦੋਂ ਅਧਿਆਤਮ ਲੋਕਾਂ ਨੂੰ ਸਿਖਾਇਆ ਜਾਂਦਾ ਹੈ, ਸਪਿਰਿਚੁਅਲਿਟੀ ਬਾਰੇ ਗਿਆਨ ਦਿੰਦੇ ਹਨ ਅੱਜ ਦੇ ਗੁਰੂ, ਉਹ ਵੀ ਧੋਖਾ ਕਰਦੇ ਹਨ। ਉਹ ਫਾਰਮ ਦੇ ਵਿੱਚ ਹੀ ਉਹਨਾਂ ਨੂੰ ਭੇਜਦੇ ਹਨ। ਉਹ ਬਾਰ-ਬਾਰ ਉਹਨਾਂ ਨੂੰ ਇਹੋ ਜਿਹੀ ਐਕਸਰਸਾਈਜ਼ਸ ਕਰਾਉਂਦੇ ਹਨ ਜਿਹੜੀ ਫਾਰਮ ਦੇ ਵਿੱਚ ਹੀ ਹੁੰਦੀਆਂ ਹਨ, ਕਿਉਂਕਿ ਹੋਰ ਕੀ ਕਰਾਇਆ ਜਾ ਸਕਦਾ ਹੈ। ਨਾ ਤਾਂ ਫਾਰਮ ਤੇ ਬਿਯੋਂਡ ਅਸੀਂ ਕੁਝ ਜਾਣਦੇ ਹਾਂ, ਨਾ ਹੀ ਉਸ ਨੂੰ ਕਮਾ ਸਕਦੇ ਹਾਂ, ਨਾ ਹੀ ਉਸ ਦਾ ਸਾਨੂੰ ਗਿਆਨ ਹੈ। ਤਾਂ ਨਾ ਗੁਰੂ ਨੂੰ ਗਿਆਨ ਹੈ, ਤਾਂ ਨਾ ਚੇਲੇ ਨੂੰ ਗਿਆਨ ਹੈ। ਤਿੰਨਾਂ ਗੁਣਾਂ ਦੇ ਵਿੱਚ ਹੀ ਘੁੰਮਦੇ ਰਹਿੰਦੇ ਹਾਂ। ਕਦੇ ਕੋਈ ਮੁਦਰਾ ਦੀ ਗੱਲ ਚੱਲੇਗੀ, ਕਦੇ ਕੋਈ ਮੂਰਤੀ ਦੀ ਪੂਜਾ ਦੀ ਗੱਲ ਚੱਲੇਗੀ, ਕਦੀ ਕੋਈ ਤੀਰਥ ਦੀ ਗੱਲ ਚੱਲੇਗੀ। ਬਦਫਾ ਧੋਖੇ ਹੀ ਹਨ ਹਜ਼ੂਰ। ਇਸ ਕਰਕੇ ਜਦੋਂ ਗੁਰੂ ਨਿਰੰਕਾਰ ਦੀ ਗੱਲ ਕਰਦਾ ਹੈ, ਗੁਰੂ ਸ਼ਬਦ ਦੀ ਗੱਲ ਕਰਦਾ ਹੈ। ਸ਼ਬਦ ਸਾਡੇ ਕੋਲ ਡਿਫਾਈਨਡ ਫਾਰਮ ਵਿੱਚ ਅਵੇਲੇਬਲ ਹੈ, ਪਰ ਇਹ ਅਨਡਿਫਾਈਨਡ ਤੋਂ ਰਿਹਾ ਹੈ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇਲਾ ਲੋ। ਇਹ ਬਾਣੀ ਅਨਡਿਫਾਈਨਡ ਫਾਰਮ ਤੋਂ ਰਹੀ ਹੈ, ਸੋਰਸ ਤੋਂ ਆ ਰਹੀ ਹੈ। ਥੋੜਾ ਜਿਹਾ ਇਹਨੂੰ ਵੀ ਵਿਚਾਰਾਂਗੇ। ਸਿੱਧ ਗੋਸ਼ਟ ਵਿੱਚ ਬਹੁਤ ਡੂੰਘਾਈ ਮਹਾਰਾਜ ਨੇ ਇਹਨਾਂ ਵਿਚਾਰਾਂ ਵਿੱਚ ਛੇੜੀ ਹੈ। ਤ੍ਰੈ ਸੋ ਤੰਗਲ ਵਾਈ ਕਰੀਏ ਕਹੀਏ ਤਹਿ ਕਾ ਕਵਨ ਆਧਾਰੋ। ਇਹ ਜਿਹੜੇ ਸਵਾਸ ਚੱਲਦੇ ਹਨ, ਇਹਦਾ ਕੀ ਆਧਾਰ ਹੈ? ਗੁਰੂ ਪੁੱਛਦਾ। ਗੁਰੂ ਨੂੰ ਯੋਗੀ ਪੁੱਛਦੇ ਹਨ। ਦਰਅਸਲ ਇਸ ਚੀਜ਼ ਨੂੰ ਅਸੀਂ ਜਾਣ ਨਹੀਂ ਰਹੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਇੱਕ ਇਹੋ ਜਿਹੇ ਦਰਸ਼ਨ ਹਨ ਜਿਹੜੇ ਜੀਵਨ ਦੇ ਉਸ ਐਸਪੈਕਟ ਨੂੰ ਰਿਵੀਲ ਕਰਦੇ ਹਨ ਜਿਹੜਾ ਤਤ ਗਿਆਨ ਹੈ, ਜੀਵਨ ਦਾ ਸੋਰਸ ਹੈ, ਲਾਈਫ ਦਾ। ਮੇਰਾ ਸੋਰਸ ਹੈ, ਮੇਰੀ ਪ੍ਰੋਬਲਮਸ ਦਾ ਸੋਰਸ ਹੈ, ਮੇਰੇ ਦੁੱਖ ਦਾ ਸੋਰਸ ਹੈ, ਮੇਰੇ ਸੁੱਖ ਦਾ ਵੀ ਸੋਰਸ ਹੈ। ਔਰ ਤਤ ਹੈ ਕਿ ਇਹ ਪੂਰੇ ਆਨੰਦ ਸਾਹਿਬ ਦੀ ਬਾਣੀ ਵਿੱਚ ਉਹੀ ਵਿਚਾਰ ਰਿਵੀਲ ਹੋ ਰਹੀ ਹੈ। ਆਨੰਦ ਹੈ ਤਤ ਜੀਵਨ ਦਾ। ਔਰ ਇਸ ਆਨੰਦ ਨੂੰ ਪਾਣ ਦੀਆਂ ਵਿਧੀਆਂ ਗੁਰੂ ਅਮਰਦਾਸ ਸਾਡੇ ਸਾਹਮਣੇ ਪੇਸ਼ ਕਰਦੇ ਹਨ। ਅਨਕੰਡੀਸ਼ਨਲ ਹੈਪੀਨੈਸ ਵਿਚ ਇਜ਼ ਫॉर एवर। ਮਹਾਰਾਜ ਸਦਾ ਲਈ ਹੈ, ਨਹੀਂ ਤਾਂ ਜੋ ਚੀਜ਼ ਸਦਾ ਲਈ ਨਹੀਂ ਹੈ ਉਹ ਅਸੀਂ ਸਮਝ ਲਈਏ ਸਾਡੇ ਕੋਲ ਹੈ ਹੀ ਨਹੀਂ। ਔਰ ਐਸੇ ਨੂੰ ਮੈਂ ਲੱਭਦਾ ਹਾਂ। ਇਹ ਵੀ ਮੈਨੂੰ ਗਿਆਨ ਨਹੀਂ ਹੈ ਕਿ ਮੈਂ ਲੱਭ ਰਿਹਾ ਹਾਂ ਸਦਾ ਲਈ ਆਨੰਦ, ਅੰਮ੍ਰਿਤ ਲੱਭ ਰਿਹਾ ਹਾਂ। ਤਾਂ ਮੇਰੇ ਜੀਵਨ ਦੇ ਜੋ ਐਫਰਟਸ ਚੱਲਦੇ ਹਨ ਮਹਾਰਾਜ, ਉਹ ਹੈਣ ਤਾਂ ਸਾਰੇ ਅੰਮ੍ਰਿਤ ਲਈ, ਬਟ ਉਹ ਤ੍ਰੈਗੁਣ ਦੇ ਵਿੱਚ ਹੀ ਵਿਚਰਦੇ ਹਨ। ਤਿੰਨਾਂ ਗੁਣਾਂ ਦੇ ਵਿੱਚ ਹੀ ਹੈ ਜੋ ਮੇਰਾ ਜੀਵਨ ਹੈ, ਪਰਿਵਾਰ ਹੈ, ਮੇਰੀ ਕਰੀਅਰ, ਕਾਰੋਬਾਰ, ਜੋ ਕੁਝ ਵੀ ਮੈਂ ਕਰਦਾ ਹਾਂ, ਸਭ ਕੁਝ ਤ੍ਰੈਗੁਣਾਂ ਦੇ ਵਿੱਚ ਹੈ, ਉਹਦੇ ਬਿਯੋਂਡ ਨਹੀਂ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਪਣੇ ਸ਼ਬਦ ਵਿੱਚ ਕਹਿੰਦੇ ਹਨ, ਤ੍ਰੈਗੁਣ ਤੇ ਅਤੀਤ, ਤਿੰਨਾਂ ਗੁਣਾਂ ਤੋਂ ਪਰੇ। ਇਹ ਬੜੀ ਡੂੰਘੀ ਗੱਲ ਹੈ, ਪਰ ਸਮਝਣ ਵਾਲੀ ਗੱਲ ਹੈ ਕਿ ਇਹਨੂੰ ਸਿਰਫ ਸ਼ਬਦਾਂ ਵਿੱਚ ਜਾਣ ਲੈਣਾ ਸ਼ਾਇਦ ਕੁਝ ਵੀ ਨਹੀਂ ਜਾਣ ਲੈਣਾ। ਫਿਰ ਅਸੀਂ ਉਹੀ ਧੋਖਾ ਕਰਾਂਗੇ ਜੋ ਅੱਜ ਕੱਲ੍ਹ ਦਾ ਇਨਸਾਨ ਕਰਦਾ ਹੈ ਆਪਣੇ ਆਪ ਨਾਲ। ਧੋਖਾ ਤਾਂ ਮੈਂ ਆਪਣੇ ਆਪ ਨਾਲ ਹੀ ਕਰਦਾ ਹਾਂ, ਦੂਸਰਾ ਕੌਣ ਹੈ ਇੱਥੇ? ਕੋਈ ਨਹੀਂ ਹੈ ਮਹਾਰਾਜ।
ਅਗਰ ਮੈਂ ਤਤ ਗਿਆਨ ਨੂੰ ਜਾਣੇ ਬਿਨਾਂ ਇਸ ਸਰੀਰ ਨੂੰ ਛੱਡ ਦਿੱਤਾ ਤਾਂ ਫਿਰ ਗੱਲ ਵਿਗੜ ਗਈ। ਮੇਰਾ ਧੋਖਾ ਆਪਣੇ ਆਪ ਨਾਲ ਹੋ ਗਿਆ। ਫਿਰ ਮੈਂ ਫੇਲ ਹੋ ਗਿਆ। ਫਿਰ ਮੈਂ ਦੁੱਖਾਂ ਔਰ ਸੁੱਖਾਂ ਦੇ ਵਿੱਚ ਹੀ ਘੁੰਮਦਾ ਰਵਾਂਗਾ। ਮਹਾਰਾਜ ਨੇ ਜੋ ਅੱਜ ਦੀ ਪੌੜੀ ਵਿੱਚ ਪ੍ਰਗਟ ਕੀਤਾ ਹੈ ਉਹ ਇੱਕ ਤਤ ਗਿਆਨ ਹੈ ਜੀਵਨ ਦਾ, ਕਿ ਜੀਵਨ ਕੀ ਹੈ। ਬਿਯੋਂਡ ਵਾਟ ਆਈ ਸੀ, ਟੱਚ, ਫੀਲ, ਹੀਅਰ ਇੱਕ ਹੋਰ ਜੀਵਨ ਹੈ ਜਿਹਦੇ ਬਾਰੇ ਗੁਰੂ ਗ੍ਰੰਥ ਸਾਹਿਬ ਦਾ ਹਰ ਸ਼ਬਦ ਪੁਕਾਰ ਰਿਹਾ ਹੈ। ਇਹੀ ਗੱਲ ਨਿਰਾਲੀ ਹੈ ਔਰ ਅਸੀਂ ਉਸ ਨੂੰ ਸੁਣ ਨਹੀਂ ਰਹੇ ਹਾਂ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਹਨ ਕਿ ਤੋਹੇ ਸੰਗ ਸਮਾਈ, ਨਿਰੰਕਾਰ ਤੇਰੇ ਨਾਲ ਰਹਿੰਦਾ ਹੈ। ਅਗਰ ਮੈਂ ਸੁਣ ਰਿਹਾ ਹਾਂ ਤਾਂ ਮੇਰਾ ਜੀਵਨ ਖੜਾ ਹੋ ਜਾਣਾ ਚਾਹੀਦਾ ਹੈ। ਨਿਰੰਕਾਰ ਮੇਰੇ ਨਾਲ ਹੈ ਮਹਾਰਾਜ। ਮੈਨੂੰ ਨਹੀਂ ਦਿਖਦਾ, ਮੈਨੂੰ ਮਹਿਸੂਸ ਨਹੀਂ ਹੁੰਦਾ, ਮੈਂ ਉਹਨੂੰ ਨਹੀਂ ਜਾਣਦਾ, ਮੇਰੇ ਨਾਲ ਹੈ ਜੋ, ਉਹੀ ਮੈਨੂੰ ਨਹੀਂ ਪਤਾ ਕੀ ਹੈ, ਤਾਂ ਦੂਰ ਦੀ ਕਿਹੜੀ ਗੱਲ ਕਰੀਏ। ਫਿਰ ਉਹ ਵੀ ਕਹਿੰਦੇ ਹਨ ਨਾਲ, ਘੱਟ ਹੀ ਖੋਜੋ ਪਾਈ, ਆਪਣੇ ਅੰਤਰ ਵਿੱਚ ਹੀ ਖੋਜ, ਬਾਹਰ ਨਹੀਂ ਲੱਭੇਗਾ ਇਹ। ਫਿਰ ਇੱਕ ਹੋਰ ਗੱਲ ਦੱਸਦੇ ਹਨ, ਜਨ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਭਰਮ ਕੀ ਕਾਈ। ਅਸੀਂ ਇੱਕ ਭਰਮ ਜੀ ਰਹੇ ਹਾਂ ਜਿਸ ਨੂੰ ਮਹਾਰਾਜ ਨੇ ਇੱਥੇ ਸੁਪਨਾ ਵੀ ਕਿਹਾ ਹੈ। ਇੱਕ ਭਰਮ ਹੈ, ਧੋਖਾ ਹੈ ਆਪਣੇ ਆਪ ਨਾਲ। ਔਰ ਇਹ ਦੋ ਪੋਸਿਬਿਲਿਟੀਜ਼ ਹਨ ਇਸ ਜੀਵਨ ਦੀਆਂ। ਇੱਕ ਤਾਂ ਮੈਂ ਕਰਮਾਂ ਦੇ ਵਿੱਚ ਹੀ ਬਹਿੰਦਾ ਰਵਾਂਗਾ, ਕਰਮ ਦੀ ਥਿਉਰੀ ਵਿੱਚ ਹੀ ਗਵਰਨ ਕਰਾਂਗਾ, ਔਰ ਇਹ ਬਹੁਤ ਵੱਡੀ ਜੇਲ੍ਹ ਹੈ, ਇਹਨੂੰ ਮੈਂ ਜਾਣ ਨਹੀਂ ਰਿਹਾ। ਬਟ ਕਰਮਾਂ ਦੇ ਵਿੱਚ ਹੀ ਜੀਣਾ, ਬਹਿੰਦੇ ਰਹਿਣਾ ਇੱਕ ਬੰਧਨ ਹੈ, ਆਜ਼ਾਦੀ ਨਹੀਂ ਹੈ। ਗੁਰੂ ਬਾਰ-ਬਾਰ ਇਹ ਵੀ ਸਮਝਾ ਰਿਹਾ ਹੈ ਕਿ ਇੱਕ ਬੰਧਨ ਵਿੱਚ ਜੀ ਰਿਹਾ ਹੈ, ਤੂੰ ਆਜ਼ਾਦ ਨਹੀਂ ਹੈ। ਪਰ ਮੈਨੂੰ ਸਮਝ ਨਹੀਂ ਆਉਂਦੀ ਮਹਾਰਾਜ, ਨਾ ਮੈਨੂੰ ਆਜ਼ਾਦੀ ਸਮਝ ਆ ਰਹੀ ਹੈ, ਨਾ ਮੈਨੂੰ ਜੀਵਨ ਦਾ ਉਹ ਆਨੰਦ ਮਹਿਸੂਸ ਹੋ ਰਿਹਾ ਹੈ। ਕਿਉਂ ਨਹੀਂ ਹੋ ਰਿਹਾ? ਗੁਰੂ ਪਹਿਲੇ ਹੀ ਦੱਸ ਚੁੱਕੇ ਹਨ, ਜਨ ਨਾਨਕ ਬਿਨ ਆਪਾ ਚੀਨੇ, ਬਿਨਾ ਆਪਣੇ ਅੰਤਰ ਨੂੰ ਜਾਣੇ, ਮਿਟੇ ਨਾ ਭਰਮ ਕੀ ਕਾਈ। ਇਹ ਭਰਮ ਦੀ ਕਾਈ ਨਹੀਂ ਮਿਟ ਸਕਦੀ ਮਹਾਰਾਜ। ਹਜ਼ਾरों ਘੰਟਿਆਂ ਦੇ ਲੈਕਚਰ ਸੁਣ ਸਕਦੇ ਹਾਂ ਮਹਾਰਾਜ, ਪਰ ਜਦ ਤੱਕ ਤਤ ਗਿਆਨ ਨਹੀਂ ਆਏਗਾ ਤਦ ਤੱਕ ਭ੍ਰਮ ਹੀ ਰਹੇਗਾ, ਸੁਪਨਾ ਹੀ ਰਹੇਗਾ। ਸੁਪਨੇ ਨੂੰ ਹੀ ਸਤ ਜਾਣਦਾ ਰਵਾਂਗਾ ਮਹਾਰਾਜ, ਤਦ ਤੱਕ ਧੋਖੇ ਵਿੱਚ ਹੀ ਜੀਵਾਂਗਾ ਮਹਾਰਾਜ। ਜੀਵਨ ਦਾ ਕਿਹੜਾ ਪਹਿਲੂ ਮੈਨੂੰ ਜਗਾ ਦੇਗਾ, ਉਹ ਗੁਰੂ ਇੱਥੇ ਦੱਸਦਾ ਹੈ ਮੈਨੂੰ। ਗੁਰੂ ਕੌਣ ਹੈ? ਗੁਰੂ ਔਰ ਮੇਰਾ ਕੀ ਰਿਲੇਸ਼ਨਸ਼ਿਪ ਹੈ? ਮਹਾਰਾਜ ਨੇ ਹਰ ਪੌੜੀ ਵਿੱਚ ਸਾਨੂੰ ਬਾਰ-ਬਾਰ ਸਮਝਾਇਆ ਹੈ, ਸ਼ਬਦ ਦੀ ਗੱਲ ਵੀ ਕੀਤੀ ਹੈ। ਅੱਜ ਇੱਕ ਬੜੀ ਨਵੀਂ ਡਾਇਮੈਂਸ਼ਨ ਦੀ ਗੱਲ ਚੱਲਦੀ ਹੈ ਮਹਾਰਾਜ। ਗੁਰੂ ਕਹਿੰਦਾ ਹੈ, ਸਿਮਰਤ ਸ਼ਾਸਤਰ ਪਾਪ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤੱਤੇ ਸਾਰ ਨਾ ਜਾਣੀ। ਹਿੰਦੂ ਰਿਲੀਜਨ ਵਿੱਚ 27 ਸਿਮਰਤੀਆਂ ਹਨ ਔਰ 6 ਸ਼ਾਸਤਰ ਹਨ। ਸ਼ਾਸਤਰ ਵਿੱਚ ਅਲੱਗ-ਅਲੱਗ ਸੈਕਸ਼ਨਸ ਹਨ, ਜਿਹੜੀ ਫਿਜ਼ਿਕਸ, ਮੈਕੈਨਿਕਸ, ਮੈਥਮੈਟਿਕਸ, ਇਸ ਤਰ੍ਹਾਂ ਕਰਕੇ ਸ਼ਾਸਤਰ ਬਣੇ ਹਨ। ਔਰ ਸਿਮਰਤੀਆਂ ਹਨ ਜਿਹਦੇ ਵਿੱਚ, ਜਿਨ੍ਹਾਂ ਦਾ ਅਹੁਦਾ ਬਹੁਤ ਜ਼ਿਆਦਾ ਨਹੀਂ ਹੈ, ਪਰ ਉੱਥੇ ਗਿਆਨ ਹੈ,
ਗੁਰੂ ਕਹਿੰਦਾ ਹੈ ਇਹ ਸਾਰੇ ਸ਼ਾਸਤਰ ਸਾਰੇ ਗ੍ਰੰਥ ਪੁੰਨ ਔਰ ਪਾਪ ਨੂੰ ਵਿਚਾਰਦੇ ਹਨ। ਬਹੁਤ ਡੂੰਘੀ ਗੱਲ ਹੈ ਮਹਾਰਾਜ ਕਿ ਪੁੰਨ ਪਾਪ ਨੂੰ ਨਹੀਂ ਵਿਚਾਰਨਾ ਹੈ। ਕਿ ਇਹੀ ਗੱਲ ਨਹੀਂ ਹੈ ਕਿ ਮੈਂ ਪੁੰਨ ਕਰਨਾ ਹੈ, ਵਿਚਾਰ ਕੇ ਪੁੰਨ ਵਿੱਚ ਹੀ ਜੀਣਾ ਹੈ, ਕਿ ਇਹੀ ਗੋਲ ਨਹੀਂ ਹੈ ਜੀਵਨ ਦਾ। ਗੁਰੂ ਕਹਿ ਰਿਹਾ ਹੈ ਕਿ ਕੁਝ ਹੋਰ ਹੈ। ਪੁੰਨ ਔਰ ਪਾਪ ਇੱਕ ਚੇਂਜਿੰਗ ਮਨ ਦੀ ਸਟੇਜ ਹੈ। ਈਗੋ ਮਾਈਂਡ ਜਿਹੜਾ ਚੇਂਜ ਹੁੰਦਾ ਰਹਿੰਦਾ ਹੈ, ਉਸ ਦੇ ਦਰਸ਼ਨ ਵਿੱਚ ਪੁੰਨ ਔਰ ਪਾਪ ਹੈ। ਗੁਰੂ ਕਹਿੰਦਾ ਹੈ ਇਹਦਾ ਲਿਮਿਟਿਡ ਦਾਇਰਾ ਹੈ। ਇਹ ਨਹੀਂ ਹੈ ਕਿ ਪੁੰਨ ਪਾਪ ਰਿਐਲਿਟੀ ਨਹੀਂ ਹੈ। ਇਹ ਵੀ ਨਹੀਂ ਕਹਿ ਰਹੇ ਹਨ ਕਿ ਪੁੰਨ ਪਾਪ ਨੂੰ ਫੋਕਸ ਵਿੱਚ ਨਹੀਂ ਰੱਖਣਾ ਹੈ ਜਾਂ ਪੁੰਨ ਔਰ ਪਾਪ ਦਾ ਧਿਆਨ ਨਹੀਂ ਕਰਨਾ ਹੈ। ਮਹਾਰਾਜ ਇਸ ਪੰਕਤੀ ਵਿੱਚ ਜੋ ਮੈਨੂੰ ਲੱਗਦਾ ਹੈ ਇਹ ਸਮਝਾ ਰਹੇ ਹਨ ਕਿ ਜੀਵਨ ਨੂੰ ਤਤ ਗਿਆਨ ਜਾਣੇ ਬਿਨਾ ਜਾਣਿਆ ਨਹੀਂ ਜਾ ਸਕਦਾ। ਜਰਨੀ ਵਿੱਚ ਮੈਂ ਜਾ ਰਿਹਾ ਹਾਂ, ਚਾਹੇ ਸਾਈਕਲ ਹੈ, ਚਾਹੇ ਟ੍ਰੇਨ ਹੈ, ਚਾਹੇ ਕਾਰ ਹੈ। ਉਸ ਜਰਨੀ ਦੀ ਜਿਹੜੀ ਵੀ ਮੇਰੀ ਮੈਥਡ ਹੈ, ਉਸ ਵਹੀਕਲ ਨੂੰ ਜਾਣ ਲੈਣਾ ਜ਼ਰੂਰੀ ਹੈ। ਪਰ ਉਸ ਵਹੀਕਲ ਨੂੰ ਵਰਤ ਕੇ ਮੈਂ ਕਿੱਥੇ ਜਾ ਰਿਹਾ ਹਾਂ, ਇਹ ਦੂਸਰਾ ਐਸਪੈਕਟ ਹੈ ਉਸ ਜਰਨੀ ਦਾ। ਇਸੇ ਤਰ੍ਹਾਂ ਪੁੰਨ ਔਰ ਪਾਪ ਟੂਲਸ ਹਨ ਉਸ ਵਹੀਕਲ ਨੂੰ ਠੀਕ ਰੱਖਣ ਵਾਸਤੇ, ਜਰਨੀ ਦੀ ਅਲਾਈਨਮੈਂਟ ਵਾਸਤੇ, ਬਟ ਉਹ ਤਤ ਗਿਆਨ ਨਹੀਂ ਹੈ। ਜਿੱਥੇ ਪਹੁੰਚਣਾ ਹੈ ਉਹ ਨਹੀਂ ਹੈ। ਇਹ ਤ੍ਰੈ ਗੁਣਾਂ ਦੇ ਵਿੱਚ ਦੀ ਹੀ ਦਰਸ਼ਨ ਹੋ ਰਹੇ ਹਨ, ਪੁੰਨ ਔਰ ਪਾਪ। ਦਰਅਸਲ ਜਦੋਂ ਦੁਐਤ ਵਿੱਚ ਮਨ ਆਉਂਦਾ ਹੈ, ਡੁਐਲਿਟੀ ਵਿੱਚ ਮਨ ਆਉਂਦਾ ਹੈ, ਤਾਂ ਇੱਕ ਦੂਸਰੇ ਨੂੰ ਡਿਫਾਈਨ ਕਰਦਾ ਹੈ। ਜੇ ਅਸੀਂ ਕਹੀਏ ਪੁੰਨ ਕੀ ਹੈ ਤਾਂ ਆਨਸਰ ਸਿਰਫ ਇੱਕ ਹੀ ਮਿਲੇਗਾ, ਪਾਪ ਨਹੀਂ ਹੈ। ਜਿੱਥੇ ਪਾਪ ਨਹੀਂ ਹੈ ਉਹ ਪੁੰਨ ਹੈ। ਜੇ ਮੈਂ ਕਹਾਂਗਾ ਪਾਪ ਕੀ ਹੈ ਤਾਂ ਕਹਿਣਾ ਪਏਗਾ ਜੋ ਪੁੰਨ ਨਹੀਂ ਹੈ ਉਹ ਪਾਪ ਹੈ। ਯਾਨੀ ਇਹ ਐਬਸੋਲੂਟ ਐਂਟੀਟੀਜ਼ ਨਹੀਂ ਹਨ। ਸਮਝਣਾ ਹੈ ਆਪਣੇ ਆਪ ਵਿੱਚ ਪੁੰਨ ਡਿਫਾਈਨ ਨਹੀਂ ਹੋ ਸਕਦਾ ਪਾਪ ਦੇ ਬਿਨਾ। ਔਰ ਅਗਰ ਮੈਂ ਪੁੰਨ ਦੇ ਗਿਆਨ ਵਿੱਚ ਉਤਰਾਂਗਾ ਤਾਂ ਪਾਪ ਨਾਲ ਰੱਖਣਾ ਪਏਗਾ, ਨਾਲ ਆਏਗਾ ਹੀ। ਬਿਨਾ ਉਹਦੇ ਪੁੰਨ ਨੂੰ ਨਹੀਂ ਜਾਣਿਆ ਜਾ ਸਕਦਾ। ਇਸ ਕਰਕੇ ਜਦੋਂ ਆਸਾ ਦੀ ਵਾਰ ਵਿੱਚ ਮਹਾਰਾਜ ਨੇ ਦਰਸ਼ਨ ਕੀਤੇ ਸਨ ਇਸ ਦੇ, ਤਾਂ ਮਹਾਰਾਜ ਨੇ ਕਿਹਾ ਸੀ ਕਿ ਇਹ ਜਿਹੜੇ ਲੋਕ ਹਨ ਉਹ ਦੇਂਦੇ ਤਾਂ ਹਨ ਪਰ ਮੰਗਦੇ ਹਨ ਸਹਿਸਾ ਗੁਣਾ। ਇਹ ਚੰਗਾ ਕਰਨ ਨਿਕਲੇ ਹਨ, ਪੁੰਨ ਕਰਨ ਨਿਕਲੇ ਹਨ, ਔਰ ਇਹ ਮੰਗਦੇ ਕੀ ਪਏ ਹਨ। ਫਿਰ ਇਹਦੇ ਚ ਡਿਮਾਂਡ ਕਰਦੇ ਹਨ ਕਿ ਉਹਨਾਂ ਦੀ ਸ਼ੋਹਰਤ ਵੀ ਹੋਏ ਔਰ ਉਹਨਾਂ ਨੂੰ ਕਈ ਗੁਣਾ ਮਿਲੇ। ਇਹ ਬੇਸਿਸ ਹੈ ਪੁੰਨ ਕਰਨ ਦਾ। ਈਗੋ ਮਨ ਤੋਂ ਜੋ ਵੀ ਕਰਾਂਗਾ ਮਹਾਰਾਜ, ਉਹ ਈਗੋ ਦੇ ਵਿੱਚ ਹੀ ਰਹੇਗਾ, ਉਹ ਟਰੈਪ ਹੀ ਰਹੇਗਾ, ਉਹ ਬੰਧਨ ਹੀ ਰਹੇਗਾ। ਉੱਥੇ ਆਜ਼ਾਦੀ ਨਹੀਂ ਹੈ। ਆਜ਼ਾਦੀ ਕਿੱਥੇ ਹੈ? ਅੱਜ ਇਸ ਪੌੜੀ ਵਿੱਚ ਗੁਰੂ ਬੜੇ ਪਿਆਰ ਨਾਲ ਸਮਝਾਣਗੇ। ਤੱਤੇ ਸਾਰ ਨਾ ਜਾਣੀ। ਇਹ ਪੁੰਨ ਔਰ ਪਾਪ ਇਸ ਦੇ ਬਿਯੋਂਡ ਦੀ ਇੱਕ ਸਟੇਜ ਹੈ ਲਾਈਫ ਦੀ। ਗੁਰੂ ਕਹਿੰਦਾ ਹੈ ਉਸ ਦੇ ਵਿੱਚ ਹੀ ਜੀਵਨ ਦਾ ਤੱਤ ਹੈ, ਜੀਵਨ ਦਾ ਸੱਤ ਹੈ, ਔਰ ਬਿਨਾਂ ਉਸ ਨੂੰ ਜਾਣੇ ਜੀਵਨ ਨੂੰ ਜਾਣਿਆ ਨਹੀਂ ਜਾ ਸਕਦਾ। ਤਤ ਗਿਆਨ ਕੀ ਹੈ ਜੀਵਨ ਦਾ? ਨਾਨਕ ਲੇਖੇ ਇੱਕ ਗੱਲ, ਹੋਰ ਹਉਮੈ ਚੱਕਣਾ ਚਾਕ। ਇੱਕ ਗੱਲ ਮਹਾਰਾਜ ਕਹਿੰਦੇ ਹਨ ਦਰਸ਼ਨਿਕ ਹੈ, ਵੈਲਿਊਬਲ ਹੈ। ਦੂਸਰੀ ਗੱਲ ਹਉਮੈ ਦੇ ਅੰਦਰ ਗਵਰਨ ਹੋ ਰਹੀ ਹੈ। ਤਾਂ ਐਸੇ ਹਉਮੈ ਦੀ ਗੱਲ ਅੱਜ ਪੁੰਨ ਔਰ ਪਾਪ ਦੇ ਵਿੱਚ ਆ ਗਈ ਹੈ। ਫਿਰ ਉਹ ਇੱਕ ਗੱਲ ਕਿਹੜੀ ਹੈ ਮਹਾਰਾਜ? ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਇਹ ਸਾਰੀ ਸ੍ਰਿਸ਼ਟੀ ਵਿੱਚ ਇੱਕ
ਹੁਕਮ ਵਿਆਪਕ ਹੈ, ਮਹਾਰਾਜ ਕਹਿੰਦੇ ਹਨ। ਉਹ ਹੁਕਮ ਨਾਮ ਹੈ, ਉਹ ਹੁਕਮ ਆਨੰਦ ਹੈ, ਔਰ ਉਹ ਹੁਕਮ ਸ਼ਬਦ ਹੈ। ਗੁਰੂ ਨੇ ਬਾਣੀ ਵਿੱਚ ਸਾਨੂੰ ਦੁਨੀਆ ਬਾਰੇ ਜਦੋਂ ਗੱਲ ਕੀਤੀ ਹੈ ਤਾਂ ਇਹ ਸਮਝਾਇਆ ਹੈ ਕਿ ਜੀਵਨ ਸਦਾ ਲਈ ਨਹੀਂ ਹੈ, ਇਹ ਸਾਈਕਲਿਕ ਕ੍ਰੀਏਸ਼ਨ ਹੈ। ਇੱਥੇ ਜੀਵਨ ਬਣਦਾ ਹੈ, ਫਿਰ ਗਿਰਦਾ ਹੈ। ਕਈ ਬਾਰ ਪਸਰਿਓ ਪਾਸਾਰ, ਸਦਾ ਸਦਾ ਇੱਕ ਏਕ ਓਂਕਾਰ। ਕਈ ਵਾਰ ਹੈ ਪਸਾਰਾ ਪਸਰਿਆ ਹੈ, ਪਰ ਇੱਕ ਸ਼ਕਤੀ ਜਿਹੜੀ ਪ੍ਰੈਵਲੈਂਟ ਹੈ, ਜੋ ਇਹਦੀ ਕ੍ਰੀਏਸ਼ਨ ਦੇ ਬੈਕਗਰਾਉਂਡ ਵਿੱਚ ਹੈ, ਉਹ ਸਦਾ ਹੀ ਹੈ, ਜਿਸ ਨੂੰ ਜਪਜੀ ਸਾਹਿਬ ਵਿੱਚ ਮਹਾਰਾਜ ਨੇ ਆਦ ਕਿਹਾ ਹੈ। ਆਦ ਸੱਚ, ਜਿੱਥੇ ਸਮਾਂ ਨਹੀਂ ਹੈ ਤਾਂ ਵੀ ਕ੍ਰੀਏਟਰ ਹੈ। ਜੁਗਾਦ ਸੱਚ, ਜਦੋਂ ਸਮਾਂ ਬਣ ਗਿਆ ਹੈ ਮਹਾਰਾਜ। ਗੁਰੂ ਜਦੋਂ ਇਸ ਇੱਕ ਓਂਕਾਰ ਦੀ ਗੱਲ ਕਰਦਾ ਹੈ ਤਾਂ ਸਾਨੂੰ ਸਮਝਾ ਰਿਹਾ ਹੈ ਕਿ ਆਨੰਦ ਇਸ ਸ੍ਰਿਸ਼ਟੀ ਦਾ ਹੁਕਮ ਹੈ। ਇਹਦੇ ਕ੍ਰੀਏਸ਼ਨ ਦੇ ਬੈਕਗਰਾਉਂਡ ਵਿੱਚ ਆਨੰਦ ਸਦਾ ਵਿਆਪਕ ਹੈ, ਐਵਰ ਪ੍ਰੈਜ਼ੈਂਟ ਹੈ। ਹੁਣ ਇਹਨੂੰ ਥੋੜਾ ਜਾਣੀਏ। ਮੈਂ, ਮੇਰੇ ਅੰਦਰ, ਬਾਹਰ ਔਰ ਸਾਰੀ ਸ੍ਰਿਸ਼ਟੀ ਦੇ ਵਿੱਚ ਆਨੰਦ ਪ੍ਰੈਵਲੈਂਟ ਹੈ, ਪ੍ਰੈਜ਼ੈਂਟ ਹੈ। ਆਨੰਦ ਹੀ ਵਰਤਿਆ ਜਾ ਰਿਹਾ ਹੈ। ਆਨੰਦ ਰੂਪ ਰਵਿਓ ਸਭ ਮੱਦੇ, ਜਤ ਕਤ ਪੇਖੂ ਜਾਈ। ਔਰ ਜਦੋਂ ਇਹ ਸ੍ਰਿਸ਼ਟੀ ਸਮਾਏਗੀ, ਕਲੈਪਸ ਕਰੇਗੀ ਕ੍ਰੀਏਸ਼ਨ, ਤਾਂ ਇਹਦਾ ਨਿਚੋੜ ਕੀ ਨਿਕਲੇਗਾ ਮਹਾਰਾਜ? ਆਨੰਦ ਨਿਕਲੇਗਾ ਹਜੂਰ। ਇਹਨੂੰ ਜਾਣ ਲੈਣਾ ਹੈ। ਔਰ ਇਹ ਆਨੰਦ ਕਿੱਥੇ ਹੈ? ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮੇਰੇ ਮੂਲ ਦੇ ਵਿੱਚ, ਮੇਰੇ ਮਨ ਦੇ ਮੂਲ ਵਿੱਚ ਆਨੰਦ ਹਾਜ਼ਰ ਹੈ। ਇਹ ਮਨ ਲੈ ਜਿਓ उन मन रहे ता तीन लोग की बातें कहे। ईगो माइंड दे बियॉन्ड एक माइंड है महाराज। हौमे दे विच, त्रिगुण दे विच असी जीवन नूं जाणदे हां, पर इहनूं छड्डण ते एक इहो जे मन दे दर्शन हुंदे हन जिथे सदा आनंद रहे दिन राती, काल न कभू व्यापे। सदा आनंद है महाराज। ਅਸੀਂ ਉਹਦੇ ਐਕਸਪੀਰੀਅੰਸ ਨੂੰ ਨਹੀਂ ਜਾਣਦੇ, ਔਰ ਕਿਉਂ ਨਹੀਂ ਜਾਣਦੇ ਉਹ ਇਸ ਪੌੜੀ ਵਿੱਚ ਮਹਾਰਾਜ ਵਿਚਾਰ ਕਰਦੇ ਹਨ। ਦੁਨੀਆ ਵਿੱਚ ਬੜੀ ਗੱਲਾਂ ਕਰੀ ਜਾਂਦੀਆਂ ਥਰਡ ਆਈ ਦੀ। ਪੀਨੀਅਲ ਗਲੈਂਡ ਹੈ ਸਿਰ ਦੇ ਵਿੱਚ, ਇੱਕ ਉਹਦੇ ਸਾਹਮਣੇ ਇੱਕ ਥਰਡ ਆਈ ਦੀ ਗੱਲ ਚੱਲਦੀ ਹੈ। ਮੈਂ ਉਸ ਨੂੰ ਇਹਦੇ ਨਾਲ ਰਿਲੇਟ ਕਰਨਾ ਚਾਹੁੰਦਾ ਹਾਂ। ਵੈਸੇ ਹੀ ਮੈਨੂੰ ਲੱਗਦਾ ਹੈ ਥੋੜਾ ਸਮਝਣਾ ਚਾਹੀਦਾ ਹੈ। ਇਹ ਥਰਡ ਆਈ ਦੇ ਵਿੱਚ ਸੈਂਟਰ ਨੂੰ ਤ੍ਰਿਕੁਟੀ ਕਿਹਾ ਜਾਂਦਾ ਹੈ। ਤ੍ਰਿਕੁਟੀ ਉਹ ਸਪੇਸ ਹੈ ਮਨ ਦੀ, ਫਿਜ਼ੀਕਲ ਇੰਬੋਡੀਮੈਂਟ ਸਮਝ ਲਈਏ, ਜਿੱਥੇ ਸਾਰੀ ਥਾਟ ਕੈਲੀਬ੍ਰੇਟ ਹੋ ਸਕਦੀ ਹੈ। ਜਦੋਂ ਮੈਂ ਥਿਰ ਘਰ ਵਿੱਚ ਬੈਠਦਾ ਹਾਂ ਤਾਂ ਮੇਰੀ ਸਾਰੀ ਥਾਟ ਉੱਥੇ ਇੱਕ ਨੋਟ ਦੀ ਤਰ੍ਹਾਂ ਬੈਠ ਸਕਦੀ ਹੈ। ਇਹ ਮੇਰੀ ਈਗੋ ਦੇ ਵਿੱਚ ਹੈ। ਮੇਰੀ ਈਗੋ ਦੀ ਐਬਿਲਿਟੀ ਦੇ ਅੰਦਰ ਹੈ ਕਿ ਮੈਂ ਤ੍ਰਿਕੁਟੀ ਦੇ ਵਿੱਚ ਆਪਣੀ ਥਾਟ ਨੂੰ ਥਿਰ ਕਰ ਸਕਦਾ ਹਾਂ, ਮਨ ਨੂੰ ਸਟੇਬਲ ਕਰ ਸਕਦਾ ਹਾਂ। ਪਰ ਗੁਰੂ ਨੇ ਬੜੀ ਪਿਆਰੀ ਗੱਲ ਕੀਤੀ ਹੈ ਨਾਲ, ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਤ੍ਰਿਕੁਟੀ ਦੇ ਉੱਪਰ ਨਹੀਂ ਜਾਇਆ ਜਾ ਸਕਦਾ, ਮੈਂ ਨਹੀਂ ਜਾ ਸਕਦਾ, ਮੇਰੀ ਈਗੋ ਨਹੀਂ ਜਾ ਸਕਦੀ। ਬਾਣੀ ਤ੍ਰਿਕੁਟੀ ਬਾਰੇ ਕੁਝ ਕਹਿੰਦੀ ਹੈ, ਆਓ ਉਸ ਨੂੰ ਵਿਚਾਰਦੇ ਹਾਂ। ਇਹ ਜਿਹੜੀ ਤ੍ਰਿਕੁਟੀ ਦੀ ਗੱਲ ਹੈ, ਇਹਦੇ ਨਾਲ ਸਾਨੂੰ ਥੋੜਾ ਗਿਆਨ ਹੋ ਜਾਏਗਾ ਕਿ ਫਿਜ਼ੀਕਲ, ਇਸ ਮਨ ਦੀ ਫਿਜ਼ੀਕਲ ਇੰਬੋਡੀਮੈਂਟਸ ਕੀ ਹਨ। ਇਹ ਜਿਹੜੇ ਸ਼ਾਸਤਰ ਦੀ ਗੱਲ, 6 ਸ਼ਾਸਤਰ ਦੀ ਗੱਲ ਹੋਈ ਹੈ, ਇਹਦੇ ਚ ਭੌਤਿਕ ਸ਼ਾਸਤਰ, ਰਾਸ ਸ਼ਾਸਤਰ, ਜੀਵ ਸ਼ਾਸਤਰ, ਵਸਤੂ ਸ਼ਾਸਤਰ, शिल्पा शास्त्र और अर्थ शास्त्र,
ਇਹ 6 ਸ਼ਾਸਤਰ ਹਨ। ਗੁਰੂ ਕਹਿੰਦਾ ਹੈ 3 ਨਦੀ ਤਹਿ ਤ੍ਰਿਕੁਟੀ ਮਾਹੇ। 3 ਨਦੀਆਂ ਕੀ ਹਨ ਮਹਾਰਾਜ? ਈੜਾ ਪਿੰਗਲਾ, ਇਹ ਯੋਗੀਆਂ ਦੀ ਭਾਸ਼ਾ ਹੈ। 3 ਨਦੀ ਅਸੀਂ ਕੁਆਲਿਟੇਟਿਵ ਵੀ ਗਿਣ ਸਕਦੇ ਹਾਂ, ਜਿਸ ਨੂੰ ਰਾਜਸ, ਤਮਸ ਔਰ ਸਤੋ ਗੁਣ ਕਿਹਾ ਹੈ। ਇਹ 3 ਨਦੀਆਂ ਹਨ, 3 flowing minds ਹਨ, part of the mind which is changing constantly। 3 ਨਦੀ ਤਹਿ ਤ੍ਰਿਕੁਟੀ ਮਾਹੇ। ਇਸ ਤ੍ਰਿਕੁਟੀ ਵਿੱਚ 3 ਜੁੜਦੇ ਹਨ ਤਾਂ ਇਹ ਇੱਕ ਮਨ ਹੁੰਦਾ ਹੈ, ਜਿਸ ਨੂੰ ਮਹਾਰਾਜ ਕਹਿੰਦੇ ਹਨ ਲੋਇਣ ਸੁਰਤ ਕਰੇ। ਅਹਨਿਸ ਕਸਮਲ ਤੋਵੇ ਨਾਹੀ। ਇਸ ਤ੍ਰਿਕੁਟੀ ਤੋਂ ਜਦੋਂ ਸਾਡੀ ਮੁਕਤੀ ਹੁੰਦੀ ਹੈ, ਮਾਥੇ ਤ੍ਰਿਕੁਟੀ ਦ੍ਰਿਸ਼ਟ ਕਰੂਰ, ਬੋਲੇ ਕੌੜਾ ਜੇਬਾ ਕੀ ਫੂੜ। ਇਹ ਤ੍ਰਿਕੁਟੀ ਤੋਂ ਭਾਵ ਕੁਝ ਹੋਰ ਹੈ, ਜੋ ਮੈਂ ਕਹਿ ਰਿਹਾ ਹਾਂ ਉਹ ਨਹੀਂ ਇੱਥੇ ਹੋ ਰਹੀ ਗੱਲ। ਪਰ ਤ੍ਰਿਕੁਟੀ ਦੀ ਗੱਲ ਬਾਣੀ ਵਿੱਚ ਕੀਤੀ ਹੈ, ਇਸ ਵੇਲੇ ਮੈਨੂੰ ਯਾਦ ਨਹੀਂ ਹੈ, ਪਰ ਗੱਲ ਮਹਾਰਾਜ ਨੇ ਇਹ ਕੀਤੀ ਹੈ ਕਿ ਜਦੋਂ ਗੁਰੂ ਨੂੰ ਮਿਲਾਂਗੇ ਤਾਂ ਤ੍ਰਿਕੁਟੀ ਤੋਂ ਛੁਟਕਾਰਾ ਹੋਏਗਾ। ਥਾਟ ਦੇ ਬਿਯੋਂਡ ਦੇ ਮਨ ਦੇ ਵਿੱਚ ਚਲੇ ਜਾਵਾਂਗੇ, ਦੁਐਤ ਦੇ ਮਨ ਨੂੰ ਵੀ ਛੱਡ ਦਿਆਂਗੇ। ਇਸ ਕਰਕੇ ਸੁਖ ਦੁੱਖ ਪੁੰਨ ਪਾਪ, ਇਹ ਕੁਆਲਿਟੇਟਿਵ ਈਗੋ ਮਾਈਂਡ ਦੀ ਕੁਆਲਿਟੀਜ਼ ਹਨ, ਇਹ ਪਿੱਛੇ ਰਹਿ ਜਾਂਦੀਆਂ ਹਨ। ਫਿਰ ਯੂਨੀਫਾਈਡ ਮਾਈਂਡ ਅੱਗੇ ਜਾਂਦਾ ਹੈ, ਇੱਕ ਮਨ। ਤਾਂ ਗੁਰੂ ਬਾਰ-ਬਾਰ ਪ੍ਰੇਰਦੇ ਹਨ ਕਿ ਜਦੋਂ ਧਿਆਨ ਵਿੱਚ ਬੈਠੋ, ਸਾਵਧਾਨ ਇਕਾਗਰ ਚਿੱਤ ਨੂੰ ਇਕਾਗਰ ਕਰਕੇ ਬੈਠੀਏ, ਸ਼ਬਦ ਦੇ ਵਿੱਚ ਲੀਨ ਕਰਕੇ ਬੈਠੀਏ। ਔਰ ਇਸ ਤੋਂ ਰਾਹ ਕਿੱਥੋਂ ਲੱਭੇਗਾ? ਸ਼ਬਦ ਦੇ ਵਿੱਚ ਲੱਭੇਗਾ ਮਹਾਰਾਜ। ਇਹ ਜਿਹੜੀ ਈਗੋ ਮਾਈਂਡ ਤੋਂ ਨੌਨ ਈਗੋ ਮਾਈਂਡ ਦੇ ਵਿੱਚ ਟ੍ਰਾਂਸੈਂਡੈਂਸ ਹੈ, ਜਿਸ ਨੂੰ ਗੁਰੂ ਕਹਿੰਦੇ ਹੈ ਇਹ ਮਨ ਲਹਿ ਜਿਓ। ਈਗੋ ਮਾਈਂਡ ਜਦੋਂ ਗਿਆ ਤਾਂ ਉਨ ਮਨ ਰਹੇ, ਤਾਂ ਫਿਰ ਨੌਨ ਈਗੋ ਮਾਈਂਡ ਪ੍ਰਗਟ ਹੋ ਜਾਂਦਾ ਹੈ, ਜਿੱਥੇ ਮੈਂ ਨਹੀਂ ਹਾਂ, ਈਗੋ ਨਹੀਂ ਹੈ, ਮੇਰੀ ਇਮੈਜਿਨੇਸ਼ਨ ਤੋਂ ਬਿਯੋਂਡ ਹੈ, ਮੇਰੀ ਸੋਚ ਤੋਂ ਬਿਯੋਂਡ ਹੈ, ਮੇਰੇ ਕਰਨੇ ਤੋਂ ਬਿਯੋਂਡ ਹੈ, ਮੇਰੇ ਹੋਣ ਤੋਂ ਬਿਯੋਂਡ ਹੈ, ਮੇਰੀ ਐਬਿਲਿਟੀਜ਼ ਤੋਂ ਬਿਯੋਂਡ ਹੈ। ਮੇਰੀ ਐਬਿਲਿਟੀ ਉੱਥੇ ਨਹੀਂ ਹੈ ਕੁਝ ਵੀ, ਉੱਥੇ ਸਿਰਫ ਗੁਰੂ ਦੀ ਕਿਰਪਾ ਹੈ, ਉੱਥੇ ਗੁਰੂ ਦੀ ਨਜ਼ਰ ਹੈ। ਤਾਂ ਉਹ ਨਜ਼ਰ ਵਾਲਾ ਜੀਵਨ ਹੈ। ਤਾਂ 2 ਜੀਵਨ ਸਾਡੇ ਸਾਹਮਣੇ ਹਨ। ਇੱਕ ਜੀਵਨ ਉਹ ਹੈ ਜੋ ਕਰਮਾਂ ਦੇ ਵਿੱਚ ਫਲੋ ਕਰ ਰਿਹਾ ਹੈ, ਪੁੰਨੀ ਪਾਪੀ ਆਖਣ ਨਾ ਹੈ, ਕਰ ਕਰਨਾ ਲਿਖ ਲੈ ਜਾਓ। ਇਹਦੇ ਨਾਲ ਮੈਂ ਲਿਖ ਰਿਹਾ ਹਾਂ ਆਪਣੇ ਬੀਜ, ਆਪਣੇ ਮਨ ਦੇ ਵਿੱਚ ਸੰਸਕਾਰ ਲਿਖ ਰਿਹਾ ਹਾਂ, ਸੈਡੀਮੈਂਟਸ ਲਿਖ ਰਿਹਾ ਹਾਂ। ਜੋ ਮੇਰਾ ਡੈਸਟਨੀ ਹੈ ਉਹ ਮੈਂ ਆਪ ਲਿਖ ਰਿਹਾ ਹਾਂ। ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਫਿਰ ਇਹਦੇ ਵਿੱਚ ਇੱਕ ਬੰਧਨ ਆ ਗਿਆ ਕਿ ਹੁਣ ਹੁਕਮ ਦੇ ਵਿੱਚ ਬੰਨਿਆ ਗਿਆ ਮੈਂ, ਮੇਰੀ ਡੂਇੰਗ ਨਾਲ ਮੈਂ ਬੰਨਿਆ ਜਾਂਦਾ ਹਾਂ। ਮੈਂ ਇੱਕ ਜੇਲ੍ਹ ਵਿੱਚ ਪੈ ਗਿਆ ਹਾਂ। ਹੁਣ ਆਈ ਹੈਵ ਟੂ ਲਿਵ ਵਾਟ ਆਈ ਹੈਵ ਸੋਨ। ਇੱਥੇ ਕੋਈ ਆਜ਼ਾਦੀ ਨਹੀਂ ਹੈ। ਨਾਨਕ ਹੁਕਮੀ ਆਵੋ ਜਾਓ। ਹੁਣ ਆਣਾ ਔਰ ਜਾਣਾ ਚੱਲਦਾ ਰਹੇਗਾ, ਉਸ ਤੋਂ ਆਜ਼ਾਦੀ ਨਹੀਂ ਮਿਲ ਸਕਦੀ ਹੈ। ਤਾਂ ਆਜ਼ਾਦੀ ਕਿੱਥੋਂ ਮਿਲੇਗੀ ਮਹਾਰਾਜ? ਲੇਖਾ ਕਤਹੂ ਨਾ ਛੁੱਟੀਏ, ਹਮ ਖਿਨ ਖਿਨ ਭੂਲਨਹਾਰ, ਬਖਸ਼ਣਹਾਰ ਬਖਸ਼ ਦੇ ਨਾਨਕ ਪਾਰ ਉਤਾਰ। ਇਹ ਜਪਜੀ ਵਿੱਚ ਵੀ ਮਹਾਰਾਜ ਨੇ ਸਮਝਾਇਆ ਹੈ। ਗਏ ਮੁਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇਹ ਨਦਰ ਦਾ ਜੀਵਨ ਹੈ। ਇਹਦੇ ਵਿੱਚ ਕਿਵੇਂ ਜਾ ਸਕਦੇ ਹਾਂ? ਜਦੋਂ ਸ਼ਬਦ ਦੇ ਵਿੱਚ ਜਾਵਾਂਗੇ, ਜਦੋਂ ਮਨ ਨੂੰ ਇਕਾਗਰ ਕਰ ਲਵਾਂਗੇ। ਮਹਾਰਾਜ ਮਿਹਨਤ ਦਾ ਕੰਮ ਹੈ, ਇੱਥੇ ਸ਼ਰਮ ਕਰਨਾ ਹੈ, ਸ਼ਬਦ ਨਾਲ ਕੜਨਾ ਹੈ ਮਨ ਨੂੰ। ਕੜੀਏ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ। ਇਹ ਨਦਰ ਦਾ ਜੀਵਨ ਹੈ। ਇੱਥੇ ਕਰਮਾਂ ਤੋਂ ਆਜ਼ਾਦੀ ਮਿਲ ਜਾਂਦੀ ਹੈ। ਫਿਰ ਤਾਂ ਮਹਾਰਾਜ ਇਹ ਸਮਝਾ ਰਹੇ ਹਨ ਕਿ ਪੁੰਨ ਔਰ ਪਾਪ ਤੋਂ ਬਿਯੋਂਡ ਇੱਕ ਤਤ ਗਿਆਨ ਹੈ ਜੀਵਨ ਦਾ। ਮੇਰੇ ਮਨ ਦੇ ਵਿੱਚ ਇੱਕ ਸਟਰਕਚਰ ਹੈ ਜੋ ਆਨੰਦ ਨਾਲ ਭਰਿਆ ਹੈ, ਜਿਹਦਾ ਮੈਨੂੰ ਗਿਆਨ ਨਹੀਂ ਹੈ। ਮਹਾਰਾਜ ਗੁਰੂ ਨੂੰ ਮਿਲਣ ਨਾਲ ਉਹਦਾ ਗਿਆਨ ਹੋ ਜਾਏਗਾ। ਔਰ ਇਹ ਜੀਵਨ ਦਾ ਡੈਸਟਨੀ ਹੈ, ਇਹ ਜੀਵਨ ਦੀ ਡੈਸਟੀਨੇਸ਼ਨ ਹੈ।
यह जीवन की अराइविंग है। हार गए से ठगण वालिया, तेरे नाए रते से जिन गए। जो तेरे नाम विच रते गए वो इत्थे जाणगे महाराज, बाकी सब हार के जाणगे। गुरु अमरदास महाराज एक इहो जी डेप्थ नूं रिवील कर रहे हैं जीवन की, जिहदे विच सिर्फ नमस्कार करना बनता है। फिर गुरु की हजूरी विच सम्मुख होना बनता है, अपने मन नूं बेचना बनता है महाराज। तो गुरु नूं जान लईए, पुकारिए, दो अथरू गुरु की अरदास विच रला के गुरु नूं बोलीए कि आजादी मिल जाए जीवन की। अंधकूप में पतित विकराल, नानक काढ़ लियो प्रभ दयाल। करतार करुणा में दीन बेनती करे। इत्थे किरपा मंगनी बनती है महाराज, संगत बननी मंगनी बनती है। संग मिल जाए, एक टोली बन जाए, कारवां हो जाए नाम दा, जिथे मैं अपने आप नूं भी सुधार लवां और दूसरे भी सुधर जाण। जिथे रंग वरते गुरु दा, जिथे प्रेम दा बहाव होए, जिथे उडारी होए उस आनंद दी, जिहदे विच गुरु सानू सीत पिरोना चाहुंदा है। सीतो सीता महिमा माए। गुरु एक इहो जिहे दर्शनां दी गल करता है जो मेरी सोच विच नहीं आ सकदा महाराज, पर जिसनूं मैं जींदे जी जान सकदा हाँ हजूर। गुरु एक रियलिटी खोल रहा है। और एक बड़ी करड़ी गल गुरु नानक साहब ने की है कि व्यर्थ चीज़ां विच समां ना बिता, नानक लेखे एक गल और हौमे चखना चाक। कि इस हौमे दे जीवन नूं ही मैं जींदा रहांगा तां वो एक गल मैनूं नहीं ज्ञान होएगा। उस एक गल का ज्ञान तां ही हो सकता है जदों मैं गुरु दे सम्मुख हो जावां, गुरु नूं मिल लवां। दर्शन गुरु के कई तरह हो सकते हैं महाराज। बाणी विच महाराज ने सुपने विच भी दर्शन दसे हैं। सुपने आया पी गया, मैं जल भरिया रोए, आए सो आओ सुभागी नींदड़िए, मत सो पेखा सोए। दर्शन आनंद के रूप विच तां है नहीं महाराज, एकाग्र मन और शब्द दे विच हन। कमाना शब्द नूं है, शब्द की हजूरी विच रहना है। इतना ही प्रेम नाल जीवन बह जाए कि मेरे सारे मसले सुलझ जाण। मैं तो मसले ही सुलझाण आया सी, गुरु ने तो कुछ होर ही गल समझा दी। मैं तो अपने दुख लैके आया सी गुरु को, कुछ होर गल्लां लैके आया सी नाल कि मेरे कारज ठीक हो जाण। पर गुरु ने एक नवी डायमेंशन खोल दी, एक नवा दरवाजा खोल दिता जीवन का, जिथे सारे ही मसले सुलझ जाते हैं। काम तेनू कहा महाराज ने, सर्व सुख कहा महाराज ने, सारे सुख। सर्व रोग का औखद नाम, सब रोगां की दवा है। जिथे की मिलता है महाराज, उत्थे नानक भगतां सदा विगास।
ਸੰਤ ਅਤਰ ਸਿੰਘ ਜੀ ਸਦਾ ਵਿਗਾਸ ਵਿੱਚ। ਜੋ ਸੰਤ ਹੈ ਉਹ ਸਦਾ ਵਿਗਾਸ ਵਿੱਚ ਹੈ ਮਹਾਰਾਜ। ਉਹਦਾ ਆਨੰਦ, ਉਹਦੀ ਖੁਸ਼ੀ ਉਹਦੇ ਅੰਤਰਾਤਮਾ ਵਿੱਚ ਹੈ, ਆਤਮ ਦੇ ਰਸ ਵਿੱਚ ਹੈ। ਗੁਰੂ ਸਾਨੂੰ ਇਹੀ ਦਾਤ ਦੇਣ ਵਾਸਤੇ ਆਏ ਹਨ। ਜਦੋਂ ਗੁਰੂ ਨਾਨਕ ਕਹਿੰਦੇ ਹਨ ਸਾਚ ਵਖਰ ਕੇ ਹਮ ਬਣ ਜਾ ਰਹੇ, ਇਸ ਸੱਚ ਦੇ ਟ੍ਰੇਡ ਵਾਸਤੇ ਆਇਆ ਹਾਂ ਮੈਂ। ਗੁਰਮੁਖ ਖੋਜਤ ਪਏ ਉਦਾਸੀ। ਮੈਂ ਗੁਰੂ ਨੂੰ, ਉਸ ਨੂੰ ਜੋ ਗੁਰੂ ਨੂੰ ਖੋਜਦਾ ਹੈ, ਜੋ ਗੁਰਮੁਖ ਜੀਵਨ ਖੋਜਦਾ ਹੈ, ਉਸ ਨੂੰ ਖੋਜਣ ਲਈ ਨਿਕਲਿਆ ਹਾਂ ਮਹਾਰਾਜ। ਉਹਦੇ ਚ ਤਾਂ ਉਦਾਸੀ ਵਾਸਤੇ ਨਿਕਲਿਆ। ਤਾਂ ਮੇਰਾ ਡਾਇਰੈਕਟ ਕਨੈਕਸ਼ਨ ਗੁਰੂ ਨਾਨਕ ਸਾਹਿਬ ਨਾਲ ਹੈ। ਅਗਰ ਮੈਂ ਸੱਤ ਦਾ ਵਪਾਰੀ ਹਾਂ ਤਾਂ ਇਸ ਸੱਤ ਦੀ ਗੱਲ ਗੁਰੂ ਅਮਰਦਾਸ ਛੇੜ ਗਏ ਅੱਜ। ਤੱਤੇ ਸਾਰ ਨਾ ਜਾਣੀ। ਗੁਰੂ ਕਹਿੰਦਾ ਹੈ ਚੇਂਜਿੰਗ ਮਾਈਂਡ ਤੋਂ ਬਿਯੋਂਡ ਇੱਕ ਤੱਤ ਹੈ ਗਿਆਨ ਜੀਵਨ ਦਾ। ਉਹਦਾ ਸਾਰ ਕੌਣ ਜਾਣੇਗਾ? ਉਹਨੂੰ ਜਾਣੇ ਬਿਨਾਂ ਇਸ ਪਾਪ ਪੁੰਨ ਵਿੱਚ ਦੇ ਟਰੈਪ ਵਿੱਚ ਪੈਂਦੇ ਰਵਾਂਗੇ। ਇਸ ਤੋਂ ਬਿਯੋਂਡ ਨਹੀਂ ਜਾ ਪਾਵਾਂਗੇ, ਆਜ਼ਾਦ ਨਹੀਂ ਹੋਵਾਂਗੇ ਮਹਾਰਾਜ। ਫਿਰ ਗੁਰੂ ਸਮਝਾ ਰਹੇ ਹਨ ਕਿ ਇਹ ਕਿੱਥੋਂ ਮਿਲੇਗਾ। ਮਹਾਰਾਜ ਕਹਿੰਦੇ ਹਨ ਕਿ ਇਹ ਗਿਆਨ ਹੋਏਗਾ ਜਦੋਂ ਮੈਂ ਤੱਤੇ ਸਾਰ ਨਾ ਜਾਣੀ ਗੁਰੂ ਬਾਝੋਂ, ਤੱਤੇ ਸਾਰ ਨਾ ਜਾਣੀ। ਗੁਰੂ ਨੂੰ ਮਿਲਣ ਨਾਲ ਇਹ ਆਨੰਦ ਰਿਵੀਲ ਹੋਏਗਾ। ਆਨੰਦ ਦੀ ਬਾਣੀ ਦੀ ਪਹਿਲੀ ਪੌੜੀ ਵਿੱਚ ਗੁਰੂ ਅਮਰਦਾਸ ਮਹਾਰਾਜ ਨੇ ਇਹ ਕਿਹਾ ਹੈ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਤਾਂ ਜਿਹੜਾ ਅੰਮ੍ਰਿਤ ਖੋਜਦਾ ਮੈਂ, ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ, ਜਿਹੜਾ ਸਦਾ ਦਾ ਜੀਵਨ, ਬਿਨਾਂ ਮੌਤ ਦਾ ਜੀਵਨ ਮੈਂ ਖੋਜਦਾ ਹਾਂ, ਜਿਹੜੀ ਆਨੰਦ ਔਰ ਹੈਪੀਨੈਸ ਮੈਂ ਲੱਭਦਾ ਹਾਂ ਸਦਾ ਲਈ, ਇਹ ਹੈ ਤਤ ਗਿਆਨ ਜੀਵਨ ਦਾ। ਕਿ ਉਹ ਮੇਰੇ ਨਾਲ ਹੈ, ਉਹ ਮੇਰੇ ਮਨ ਦੇ ਅੰਦਰ ਵਸਦਾ ਹੈ। ਔਰ ਉਸ ਦੇ ਲਈ, ਉਸ ਨੂੰ ਪਾਉਣ ਲਈ ਸ਼ਬਦ ਨਾਲ ਸਾਂਝ ਪਾਣੀ ਹੈ। ਅਸੀਂ ਕਿਤਨਾ ਕੀਰਤਨ ਸੁਣਦੇ ਹਾਂ ਪਰ ਧਿਆਨ ਨਹੀਂ ਹੁੰਦਾ ਹੈ। ਕੀਰਤਨ ਵਿੱਚ ਕੀ ਕਿਹਾ ਜਾ ਰਿਹਾ ਹੈ ਉਹ ਵਿਚਾਰ ਨਹੀਂ ਉੱਠਦੀ ਹੈ, ਔਰ ਸ਼ਬਦ ਦੀ ਕਮਾਈ ਨਹੀਂ ਹੁੰਦੀ ਹੈ। ਸ਼ਬਦ, ਸੁਰਤ ਔਰ ਸਵਾਸ, ਇਹ ਤਿੰਨਾਂ ਦਾ ਮੇਲ ਸਮਾਧੀ ਹੈ ਮਹਾਰਾਜ। ਯੋਗਾ ਵਿੱਚ ਕਿਤਨਾ ਦੱਸਦੇ ਹਨ ਕਿ ਬਰੀਦਿੰਗ ਕਰੋ, ਪਰ ਸ਼ਬਦ ਕਿੱਥੇ ਹੈ ਨਾਲ ਉਹਦੇ? ਉਸ ਬ੍ਰੈਥ ਨਾਲ ਕੀ ਬਣੇਗਾ? ਉਸ ਬ੍ਰੈਥ ਨਾਲ ਕੀ ਗਿਆਨ ਹੋਏਗਾ? ਮਹਾਰਾਜ ਕਹਿੰਦੇ ਹਨ ਕਿ ਗੁਰੂ ਨੇ ਦੱਸਿਆ ਹੈ ਕਿ ਸ਼ਬਦ ਔਰ ਸੁਰਤ ਦੇ ਵਿੱਚ ਹੀ ਗਿਆਨ ਰਿਵੀਲ ਹੋਏਗਾ। ਔਰ ਇਹਦੇ ਵਿੱਚ ਜੀਵਨ ਦੀ ਸ਼ਕਤੀ ਵੀ ਫਲੋ ਕਰਨੀ ਹੈ, ਐਫਰਟ ਵੀ ਲਗਾਉਣਾ ਹੈ। ਤੱਤੇ ਸਾਰ ਨਾ ਜਾਣੀ ਗੁਰੂ ਬਾਝੋਂ। ਗੁਰੂ ਦੇ ਬਿਨਾਂ ਇਸ ਤਤ ਗਿਆਨ ਨੂੰ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਤ੍ਰਿਕੁਟੀ ਤੱਕ ਮੈਂ ਪਹੁੰਚ ਸਕਦਾ ਹਾਂ, ਉੱਥੇ ਵਾਸਤੇ ਵੀ ਐਫਰਟ ਕਰਨਾ ਪਏਗਾ। ਉਸ ਧਿਆਨ ਨੂੰ ਜਾਣਨ ਵਾਸਤੇ ਵੀ ਐਫਰਟ ਕਰਨਾ ਪਏਗਾ। ਮੁੰਦਰਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰੋ ਵਿਭੂਤ। ਸੰਤੋਖ ਚਾਹੀਦਾ ਹੈ, ਮਿਹਨਤ ਚਾਹੀਦੀ ਹੈ, ਧਿਆਨ ਪਕਾਣਾ ਹੈ। ਖਿੰਥਾ ਕਾਲ ਕੁਆਰੀ ਕਾਇਆ, ਕਾਇਆ ਨੂੰ ਸ਼ੁੱਧ ਰੱਖਣਾ ਹੈ। ਜੁਗਤ ਡੰਡਾ ਪ੍ਰਤੀਤ। ਫਿਰ ਜੁਗਤੀ ਕੀ ਹੈ? ਜੁਗਤੀ ਮਹਾਰਾਜ ਸ਼ਬਦ ਔਰ ਸੁਰਤ ਦਾ ਗਿਆਨ, ਇਹ ਜੁਗਤੀ ਹੈ। ਪਹਿਲਾਂ ਮੈਨੂੰ ਸੁਰਤ ਦਾ ਗਿਆਨ ਨਹੀਂ ਹੈ ਕਿਉਂਕਿ ਸਹਿਜ ਨਹੀਂ ਹੈ ਜੀਵਨ ਵਿੱਚ। ਤਾਂ ਜਦੋਂ ਮੈਨੂੰ ਸਹਿਜ ਮਿਲੇਗਾ ਤਾਂ ਮੈਂ ਧਿਆਨ ਨੂੰ ਪਕਾ ਸਕਾਂਗਾ ਮਹਾਰਾਜ। ਫਿਰ ਮੈਂ ਸ਼ਬਦ ਦੇ ਨਾਲ ਸਾਂਝ ਪਾ ਸਕਾਂਗਾ, ਤਾਂ ਗੁਰੂ ਦੇ ਨਾਲ ਮਿਲਨ ਹੋ ਪਾਏਗਾ। ਤ੍ਰੈ ਗੁਣ ਮੇਟੇ
ਸ਼ਬਦ ਵਸਾਏ। ਇਹ ਤ੍ਰੈਗੁਣ ਦੀ ਗੱਲ ਹੁਣ ਅੱਗੇ ਮਹਾਰਾਜ ਕਰਦੇ ਹਨ। ਤੇਹੀ ਗੁਣੀ ਸੰਸਾਰ ਭ੍ਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਤੇਹੀ ਗੁਣੀ, ਤਿੰਨਾਂ ਗੁਣਾਂ ਵਿੱਚ ਅਸੀਂ ਜੋ ਵੀ ਜੀਵਨ ਜੀ ਰਹੇ ਹਾਂ ਮਹਾਰਾਜ, ਇਹ ਸਭ ਤਿੰਨਾਂ ਗੁਣਾਂ ਦੇ ਅੰਦਰ ਹੈ, ਰਜਸ, ਤਮਸ, ਸਤਵ ਗੁਣ। ਹੁਣ ਇਹਨਾਂ ਨੂੰ ਅਸੀਂ ਗੁੱਡ ਬੈਡ ਅਗਲੀ ਸਮਝ ਸਕਦੇ ਹਾਂ, ਦ ਗੁੱਡ ਬੈਡ ਜੋ ਅੱਗੇ ਚੱਲਦਾ ਹੈ, ਬਟ ਇਹਦੀ ਡਿਫਾਈਨ ਪੈਰਾਮੀਟਰਸ ਕੁਝ ਹੋਰ ਵੀ ਹਨ। ਅਗਰ ਅਸੀਂ ਸੱਤ ਨੂੰ ਸਮਝੀਏ ਤਾਂ ਕਹਿੰਦੇ ਨੇ ਕਿ ਉਹ ਸੱਚੇ ਅੱਛੀ ਕੁਆਲਿਟੀਜ਼, ਰਜਸ ਜਿਹੜੀ ਕਰਨ ਨੂੰ ਰਾਜ ਦੇ ਨਾਲ ਰਿਲੇਸ਼ਨ ਰੱਖਦੀ ਹੈ, ਔਰ ਤਮਸ ਜਦੋਂ ਨੌਨ ਡੂਇੰਗ ਵਿੱਚ ਇਨਸਾਨ ਹੁੰਦਾ ਹੈ। ਤਾਂ ਇਹਦੀ ਸਿੰਪਲੀ ਅਗਰ ਸਮਝਿਆ ਜਾਏ ਤਾਂ ਸਤਵ ਮਤਲਬ ਉਹ ਜਿਹੜਾ ਹੈ ਆਈ ਐਮ, ਉਹ ਜੋ ਕਰ ਰਿਹਾ ਹੈ, ਔਰ ਰਜਸ ਰਜੋਗੁਣ, ਔਰ ਤਮੋਗੁਣ ਕਿ ਮੈਂ ਕਰ ਚੁੱਕਿਆ ਹਾਂ, ਮੈਨੂੰ ਕਰਨਾ ਨਹੀਂ ਹੈ, ਨॉन ਡੂਇੰਗ ਵਿੱਚ ਚਲਾ ਗਿਆ ਮਨ। ਇਹ ਤਿੰਨ ਸਟੇਟਸ ਹਨ, ਪਰ ਇਹਨਾਂ ਨੂੰ ਇਸ ਤਰ੍ਹਾਂ ਸਮਝੀਏ ਕਿ ਡਿਫਾਈਨਡ ਪੈਰਾਮੀਟਰਸ ਆਫ ਲਾਈਫ ਜੋ ਅਸੀਂ ਜਾਣਦੇ ਹਾਂ। ਇਹਨਾਂ ਵਿੱਚ ਮਹਾਰਾਜ ਕਹਿ ਰਹੇ ਹਨ ਕਿ ਹੁਣ ਇਹ ਤ੍ਰੈ ਗੁਣ ਦੇ ਵਿੱਚ ਹੀ ਜੀਵਨ ਬਹਿੰਦਾ ਹੈ, ਇਹ ਤਿੰਨਾਂ ਗੁਣਾਂ ਦੇ ਵਿੱਚ ਮੇਰਾ ਪੂਰਾ ਜੀਵਨ ਹੈ। ਤਾਂ ਮਹਾਰਾਜ ਕਹਿੰਦੇ ਨੇ ਤੇਹੀ ਗੁਣੀ ਸੰਸਾਰ ਭ੍ਰਮ ਸੁੱਤਾ, ਭ੍ਰਮ ਦੇ ਵਿੱਚ, ਇੱਕ ਮਾਇਆ ਦੇ ਵਿੱਚ ਸੁੱਤਾ ਹੈ। ਜਦੋਂ ਮਹਾਰਾਜ ਨੇ ਸਿੱਧ ਗੋਸ਼ਟ ਵਿੱਚ ਇਹ ਗੱਲ ਚਲਾਈ ਮਨ ਦੀ, ਤਾਂ ਉਹਨਾਂ ਨੇ ਕਿਹਾ ਕਿ ਗੁਰੂ ਨੂੰ ਮਿਲਣ ਨਾਲ ਕੀ ਹੋਏਗਾ, ਤਾਂ ਦੂਸਰਾ ਜਨਮ ਮਿਲੇਗਾ। ਸਤਿਗੁਰ ਕੇ ਜਨਮੇ ਗਮਨ ਮਿਟਾਇਆ। ਜਦੋਂ ਗੁਰੂ ਮਿਲੇਗਾ ਤਾਂ ਇੱਕ ਨਵਾਂ ਜਨਮ ਮਿਲੇਗਾ ਮਹਾਰਾਜ, ਤਾਂ ਵਾਂਡਰਿੰਗ ਖਤਮ ਹੋਏਗੀ। ਇਸ ਵਾਂਡਰਿੰਗ ਦਾ ਰਿਲੇਸ਼ਨ ਕਿਸ ਨਾਲ ਹੈ? ਕਰਮ ਨਾਲ ਹੈ, ਡੂਇੰਗ ਨਾਲ ਹੈ। The moment I do, I have committed to wandering. ਮੈਂ ਈਗੋ ਦੇ ਵਿੱਚ ਜੋ ਵੀ ਕਰ ਰਿਹਾ ਹਾਂ ਉਹ ਵਾਂਡਰਿੰਗ ਵੱਲ ਜਾਏਗਾ। ਜਦੋਂ ਮੈਂ ਈਗੋ ਦੇ ਬਿਯੋਂਡ ਦਾ ਜੀਵਨ ਜਾਣਾਂਗਾ ਤਾਂ ਹੀ ਮਨ ਥਿਰ ਹੋ ਪਾਏਗਾ, ਤਾਂ ਹੀ ਜੀਵਨ ਥਿਰਤਾ ਨੂੰ ਦਾ ਗਿਆਨ ਪ੍ਰਾਪਤ ਕਰ ਲਏਗਾ, ਤਾਂ ਹੀ ਸਹਿਜ ਵਿੱਚ ਆ ਪਾਏਗਾ। ਤਾਂ ਗੁਰੂ ਨੇ ਇਹੀ ਸਮਝਾਇਆ ਸਿੱਧ ਗੋਸ਼ਟ ਵਿੱਚ, ਕਿਆ ਭਵੀਏ ਸੱਚ ਸੂਚਾ ਹੋਏ। ਇਸ ਭ੍ਰਮਣ ਵਿੱਚ ਕੀ ਮਿਲਣਾ ਹੈ? ਕਰਮ ਤੇ ਬਿਯੋਂਡ ਨਦਰ ਦੇ ਜੀਵਨ ਨੂੰ ਪਕੜ ਲੈ। ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਬਿਨਾਂ ਸ਼ਬਦ ਦੇ, ਬਿਨਾਂ ਫਾਰਮਲੈਸ ਕ੍ਰੀਏਟਰ ਦੇ ਆਜ਼ਾਦੀ ਨਹੀਂ ਮਿਲ ਪਾਏਗੀ। ਕੁਛ ਵੀ ਮੈਂ ਕਰਾਂ, ਅੱਛੇ ਤੋਂ ਅੱਛਾ ਵੀ ਮੈਂ ਕਰਾਂ, ਪੁੰਨ ਦੀ ਇਮਤਿਹਾਨ ਮੈਂ ਪਾਰ ਕਰ ਲਵਾਂ, ਅਗਰ ਉਹ ਈਗੋ ਦੇ ਅੰਦਰ ਹੈ ਤਾਂ ਉਹ ਮੇਰੀ ਵਾਂਡਰਿੰਗ ਵਿੱਚ ਹੀ ਰਹੇਗਾ। ਆਜ਼ਾਦ ਨਹੀਂ ਹਾਂ ਮੈਂ, ਬਲਕਿ ਮੇਰੇ ਪੁੰਨ ਦੇ ਐਕਸ਼ਨ ਜਿਹੜੇ ਈਗੋ ਦੇ ਵਿੱਚ ਗਵਰਨਡ ਹਨ, ਮੈਂ ਕਰ ਰਿਹਾ ਹਾਂ, ਜਦੋਂ ਉਹਦੇ ਵਿੱਚ ਗਵਰਨਡ ਹਨ ਉਹ ਮੈਨੂੰ ਬਾਈਂਡ ਕਰਨਗੇ। ਉਹੀ ਮੇਰਾ ਟਰੈਪ ਹੈ। ਤਾਂ ਇਹ ਸਾਰਾ ਜੀਵਨ ਇੱਕ ਟਰੈਪ ਹੈ। ਅਗਰ ਦੇਖੀਏ ਤਾਂ ਇੱਕ ਜੇਲ੍ਹ ਦੀ ਤਰ੍ਹਾਂ ਅਸੀਂ ਸਾਰੇ ਵਿਚਰਦੇ ਹਾਂ, ਆਪਣੇ ਕਰਮਾਂ ਦੇ ਕਾਲ ਡੈਸਟਨੀ ਨੂੰ ਆਪਣੇ ਜੀ ਰਹੇ ਹਾਂ। ਤਾਂ ਭਗਤ ਨਾਮਦੇਵ ਦੀ ਘਰਵਾਲੀ ਨੇ ਜਦੋਂ ਜ਼ਿਆਦਾ ਕੋਸਿਆ ਨਿਰੰਕਾਰ ਨੂੰ ਕਿ ਸਾਡੇ ਨਾਲ ਕੀ ਹੋ ਰਿਹਾ ਹੈ, ਤਾਂ ਉਹਨਾਂ ਨੇ ਕਿਹਾ ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ। ਇਹ ਕਰਮਾਂ ਤੋਂ ਕੌਣ ਆਜ਼ਾਦ ਹੋਇਆ ਹੈ? ਚੰਗੇ ਜਾਂ ਮਾੜੇ ਇਹ ਮੇਰੇ ਕਰਮ ਹਨ, ਤੇਰੇ ਕਰਮ ਹਨ, ਇਹਨਾਂ ਨੂੰ ਜੀਣਾ ਪਏਗਾ। ਗੁਰੂ ਦੇ ਇਲਾਵਾ ਸਾਰੇ ਲੋਕ ਅਸੀਂ ਇਹਦੇ ਵਿੱਚ ਹੀ ਵਿਚਰਦੇ ਹਾਂ। ਔਰ ਇਹ ਬੜਾ ਹੁਣ ਅਧਿਆਤਮ ਵਿੱਚ ਬਹੁਤ ਵੱਡਾ ਧੋਖਾ ਹੈ ਮਹਾਰਾਜ, ਕਿਉਂਕਿ ਇਸ ਗੱਲ ਨੂੰ, ਤਤ ਗਿਆਨ ਨੂੰ ਜਾਣਦਾ ਬਹੁਤ ਵਿਰਲਾ ਕੋਈ ਹੈ, ਪਰ ਇਹਦੇ ਕਲੇਮੈਂਟਸ ਬਹੁਤ ਨੇ। ਇਸ ਕਰਕੇ ਸਾਨੂੰ ਕਈ ਗੁਰੂ ਮਿਲਣਗੇ ਜੋ ਆਪਣਾ ਆਪਣਾ ਗਿਆਨ ਬਖਸ਼ ਰਹੇ ਹਨ। 2 ਵਿਸਕੀ ਦੇ ਸ਼ਾਟ ਲਗਾਉਣ ਤੋਂ ਬਾਅਦ ਤਾਂ ਸਾਰੇ ਹੀ ਗੁਰੂ ਬਣ ਜਾਂਦੇ ਹਨ। ਸਭ ਨੂੰ ਗਿਆਨ ਹੈ, ਔਰ ਇਨਸਾਨ ਇਹ ਵੀ ਸਮਝਦਾ ਹੈ ਕਿ ਜਿਤਨਾ ਮੈਂ ਜ਼ਿਆਦਾ ਪੜ੍ਹਿਆ ਹਾਂ ਉਤਨਾ ਮੈਨੂੰ ਜ਼ਿਆਦਾ ਗਿਆਨ ਹੈ। ਆਈ ਐਮ ਇਨ ਸੇਫਰ ਜ਼ੋਨ। ਪਰ ਗੁਰੂ ਨਾਨਕ ਸਾਹਿਬ ਨੇ ਇਹ ਫੈਲਸੀ ਨੂੰ ਕਲੀਅਰ ਕੀਤਾ ਹੈ ਆਸਾ ਦੀ ਵਾਰ ਵਿੱਚ। ਪੜ ਗੱਡੀ ਲੱਦੀਏ।
ਜਦੋਂ ਪੌੜੀ ਵਿੱਚ ਸਮਝਾਇਆ ਹੈ ਕਿ ਕੇਵਲ ਹਉਮੈ ਦੇ ਵਿੱਚ ਪੜਨ ਨਾਲ, ਹਉਮੈ ਦੇ ਵਿੱਚ ਪੁੰਨ ਵੀ ਕਰਨ ਨਾਲ ਬੰਧਨ ਵਿੱਚ ਹੀ ਰਵਾਂਗੇ, ਆਜ਼ਾਦ ਨਹੀਂ ਹੋਵਾਂਗੇ। ਇਹ ਜਾਣਨਾ ਹੈ ਮਹਾਰਾਜ, ਜੀਵਨ ਇਹੀ ਹੈ। ਹਾਂ, ਨਦਰ ਦੇ ਜੀਵਨ ਨੂੰ ਜਾਣਨ ਤੋਂ ਬਾਅਦ ਇਹ ਜੀਵਨ ਅਗਰ ਜੀਆ ਵੀ ਜਾਏਗਾ ਤਾਂ ਉਹ ਬੰਧਨ ਵਿੱਚ ਨਹੀਂ ਰਹੇਗਾ। ਫਿਰ ਤਾਂ ਮਹਾਰਾਜ ਕਹਿੰਦੇ ਨੇ ਕੀਤੀ ਛੁੱਟੀ ਨਾਲ, ਫਿਰ ਕਿਤਨੇ ਹੀ ਹੋਰ ਨਾਲ ਛੁੱਟਣਗੇ। ਗੁਰੂ ਅਮਰਦਾਸ ਮਹਾਰਾਜ ਸਾਨੂੰ ਇਸ ਤਤ ਗਿਆਨ ਵੱਲ ਪ੍ਰੇਰ ਰਹੇ ਹਨ। ਮਹਾਰਾਜ ਇਸ ਪ੍ਰੇਮ ਵੱਲ ਪ੍ਰੇਰ ਰਹੇ ਹਨ, ਇਸ ਜੀਵਨ ਵੱਲ ਪ੍ਰੇਰ ਰਹੇ ਹਨ, ਇਸ ਨਿਊ ਲਾਈਫ ਵੱਲ ਪ੍ਰੇਰ ਰਹੇ ਹਨ। ਇੱਕ ਨਵੀਂ ਡਾਇਮੈਂਸ਼ਨ ਦੁਨੀਆ ਦੀ ਖੋਲ ਰਹੇ ਹਨ ਸਾਡੇ ਸਾਹਮਣੇ ਕਿ ਵੀ ਸਟਾਰਟ ਥਿੰਕਿੰਗ ਬਿਯੋਂਡ ਡੁਐਲਿਟੀ। ਮੌਲਾਨਾ ਰੂਮੀ ਕਹਿੰਦਾ ਬਿਯੋਂਡ ਗੁੱਡ ਐਂਡ ਬੈਡ ਦੇਰ ਇਜ਼ ਗਾਰਡਨ। ਇਹ ਪੁੰਨ ਔਰ ਪਾਪ ਦੇ ਅੱਗੇ ਇੱਕ ਜੀਵਨ ਹੈ। ਗੁਰੂ ਅਮਰਦਾਸ ਮਹਾਰਾਜ ਉਸੇ ਦਾ ਗਿਆਨ ਦੇ ਰਹੇ ਹਨ। ਇਸ ਮਨ ਨੂੰ ਖੋਜਣਾ ਹੈ ਮਹਾਰਾਜ। इस मन को कोई खोजो पाई, तन छूटे मन कहां समाई। यह तन मेरा नहीं है, यह ट्रांजिएंट व्हीकल है, यह छुटेगा एक दिन, तब मन किधर जाएगा, ਇਹਦਾ ਗਿਆਨ ਕਿੱਥੋਂ ਮਿਲੇਗਾ। ਮਹਾਰਾਜ ਕਹਿੰਦੇ ਨੇ ਖੋਜ ਇਸ ਮਨ ਨੂੰ, ਇਹਦੇ ਅੰਦਰ ਜਾ। ਕਿਵੇਂ ਖੋਜਾਂਗੇ? ਗੋ ਬਿਯੋਂਡ ਯੋਰ ਥਾਟਸ। there is a new world there waiting for us. there is ਆਨੰਦ। ਉੱਥੇ ਗੁਰੂ ਹੈ, ਗੁਰੂ ਨਾਲ ਮਿਲਣ ਹੈ। ਉੱਥੇ ਸ਼ਬਦ ਸਹਿਜ ਔਰ ਨਾਮ ਔਰ ਆਨੰਦ ਹੈ ਮਹਾਰਾਜ। ਗੁਰੂ ਨੇ ਜੋ ਸਾਨੂੰ ਸਮਝਾਇਆ, ਜੋ ਸਾਨੂੰ ਅੱਜ ਦੱਸਿਆ, ਇਹਦੇ ਵਿੱਚ ਸਾਨੂੰ ਇਹ ਜਾਣਨਾ ਹੈ ਕਿ ਜੀਵਨ ਮੈਂ ਜੋ ਜੀ ਰਿਹਾ ਹਾਂ ਉਹ ਜੀਵਨ ਸਦਾ ਲਈ ਨਹੀਂ ਹੈ। ਔਰ ਇਹ ਪੁੰਨ ਪਾਪ ਵਾਲਾ ਜੀਵਨ ਮੈਂ ਜੀ ਰਿਹਾ ਹਾਂ, ਇਹਦੇ ਵਿੱਚ ਮੈਨੂੰ ਤਤ ਗਿਆਨ ਦਾ ਰੈਵਲੇਸ਼ਨ ਨਹੀਂ ਹੋਏਗਾ। ਉਹ ਕੇਵਲ ਸ਼ਬਦ ਔਰ ਗੁਰੂ ਦੀ ਹਜ਼ੂਰੀ ਵਿੱਚ ਹੋਏਗਾ। ਉਹ ਕੇਵਲ ਗੁਰੂ ਨੂੰ ਮਿਲਣ ਨਾਲ ਹੋਏਗਾ। ਜੇ ਕੋ ਸਿੱਖ ਗੁਰਸੇਤੀ ਸੰਮੁਖ ਹੋਵੇ, ਬਸ ਗੁਰੂ ਅੱਗੇ ਪ੍ਰੇਮ ਨਾਲ ਸੰਮੁਖ ਹੋਣਾ ਹੈ, ਮਿਲਣ ਹੋਣਾ ਹੈ। ਆਪਣੇ ਮਨ ਨੂੰ ਗੁਰੂ ਨਾਲ ਜੋੜ ਦੇਣਾ ਹੈ ਮਹਾਰਾਜ। ਤ੍ਰੈ ਗੁਣ ਸਭੇ ਰੋਗ ਵਿਆਪੇ, ਮਮਤਾ ਸੁਰਤ ਗਵਾਈ। ਇਹ ਤਿੰਨਾਂ ਗੁਣਾਂ ਵਿੱਚ ਸਾਰੇ ਰੋਗ ਹਨ ਮਹਾਰਾਜ। ਇਸ ਮਮਤਾ ਵਿੱਚ ਆਪਣੀ ਸੁਰਤ ਨੂੰ ਗਵਾ ਦਿੱਤਾ ਹੈ, ਅਧਿਆਤਮ ਦਾ, ਆਤਮਾ ਦਾ ਗਿਆਨ ਗਵਾ ਦਿੱਤਾ ਹੈ ਮਹਾਰਾਜ। ਇੱਕ ਆਪੇ ਕਾਢ ਲਏ ਪ੍ਰਭ ਆਪੇ, ਗੁਰ ਸੇਵਾ ਪ੍ਰਭ ਲਾਏ। ਹਰ ਕਾ ਨਾਮ ਨਿਧਾਨੋ ਪਾਇਆ, ਸੁਖ ਵਸਾਏ ਵਸਿਆ ਮਨ ਆਏ। ਸੁਖ ਵਸਿਆ ਮਨ ਆਏ ਮਹਾਰਾਜ। ਮਨ ਦੇ ਵਿੱਚ ਜਿਹੜਾ ਸੁਖ ਹੈ, ਜੋ ਆਨੰਦ ਹੈ, ਅਨਕੰਡੀਸ਼ਨਲ ਹੈ, ਉਹੀ ਤਤ ਸੁਖ ਹੈ। ਬਾਕੀ ਸਭ ਸੁਖ ਔਰ ਦੁੱਖ ਹੈ, ਦੋਨੋਂ ਹਨ। ਤ੍ਰੈ ਗੁਣ ਮੇਟੇ ਸ਼ਬਦ ਵਸਾਏ, ਤਾਂ ਮਨ ਚੁੱਕੇ ਹੰਕਾਰੋ। ਇਸ ਹਉਮੈ ਤੋਂ ਪਾਰ ਕਿਵੇਂ ਜਾਣਾ ਹੈ? ਸ਼ਬਦ ਦੇ ਵਿੱਚ ਮਨ ਵਸਾਣਾ ਹੈ ਮਹਾਰਾਜ। ਹੋਰ ਦੂਸਰਾ ਰਾਹ ਨਹੀਂ ਹੈ। ਇਸ ਸ਼ਬਦ ਨਾਲ ਸਾਂਝ ਪਾਣੀ ਹੈ। ਇਹ ਹੈ ਸਿੱਖੀ। ਘੜੀਏ ਸ਼ਬਦ ਸੱਚੀ ਟਕਸਾਲ, जिनको नदर करम तिनकार। एक न्यू लाइफ है नदर दी। सतगुर के जन्म में गवन मिटाया। ਜਦੋਂ ਮਹਾਰਾਜ ਨੂੰ ਪੁੱਛਿਆ ਹੈ ਕਿ ਸ਼ਬਦ ਕਿੱਥੇ ਵਸਦਾ ਹੈ ਮਹਾਰਾਜ, ਸੂ ਸ਼ਬਦ ਕਾ ਕਹਾਂ ਵਾਸ ਕਾਥੀ ਅਲੇ, ਜਿਤ ਤਰੀਏ ਭਵ ਜਲ ਸੰਸਾਰੋ। ਸਿੱਧਗੋਸ਼ਟ 'ਚ ਇਹ ਗੱਲ ਚੱਲੀ ਹੈ। ਇਹ ਸ਼ਬਦ ਦਾ ਵਾਸਾ ਕਿੱਥੇ ਹੈ ਜਿਹਦੇ ਨਾਲ ਸੰਸਾਰ ਤਰਦਾ ਹੈ? ਦੇਖੋ ਮਹਾਰਾਜ ਕੀ ਕਹਿੰਦੇ ਹਨ, ਸੂ ਸ਼ਬਦ ਕੋ ਨਿਰੰਤਰ ਵਾਸ ਅਲਖੰਗ, ਜੈ ਦੇਖਾ ਤੈ ਸੋਈ।
ਮਹਾਰਾਜ ਕਹਿੰਦੇ ਹਨ ਕਿੱਥੇ ਨਹੀਂ ਹੈ ਉਹ, ਨਿਰੰਤਰ ਕੌਨਸਟੈਂਟਲੀ ਪ੍ਰੈਜ਼ੈਂਟ, ਐਵਰ ਪ੍ਰੈਜ਼ੈਂਟ, ਸੀਤੋ ਸੀਤਾ ਮਹਿਮਾ ਮਾਏ। ਮਹਾਰਾਜ ਕਹਿੰਦੇ ਨੇ ਕਿ ਉਹ ਤਾਂ ਹਰ ਜਗ੍ਹਾ ਹੈ, ਕੋਈ ਸਥਾਨ ਨਹੀਂ ਹੈ ਜਿੱਥੇ ਉਹ ਨਹੀਂ ਹੈ। ਪਵਨ ਕਾ ਮਾਸਾ ਸੁਨ ਨਿਵਾਸਾ, ਅਕਲ ਕਲਾ ਧਰ ਸੋਈ। ਪਵਨ, ਸਵਾਸ, ਸ਼ਬਦ ਔਰ ਸੁਰਤ, ਇਹ ਤਿੰਨਾਂ ਦੀ ਖੇਡ ਚੱਲਦੀ ਹੈ ਮਹਾਰਾਜ। ਇਹੀ ਸੁਨ ਹੈ, ਸਮਾਧੀ ਹੈ। ਨਦਰ ਕਰੇ ਸ਼ਬਦ ਘਟ ਮਾਹੇ, ਘਟ ਮੇ ਵਸੇ, ਵਿੱਚੋਂ ਭਰਮ ਗਵਾਏ। ਜਦੋਂ ਨਦਰ ਹੋਏ ਉਹਦੀ, ਬਸ ਇਹੀ ਮੰਗਣਾ ਹੈ ਹਜ਼ੂਰ। ਮੈਂ ਚਾਹੇ ਪੁੰਨੀ ਪਾਪੀ ਜੋ ਵੀ ਹਾਂ, ਗੁਰੂ ਮੈਨੂੰ ਕਿਰਪਾ ਕਰ ਦਿਓ, ਨਦਰ ਕਰ ਦਿਓ ਸ਼ਬਦ ਦੀ, ਸ਼ਬਦ ਸੁਣਾਏ। ਨਦਰ ਕਰੇ ਸ਼ਬਦ ਘਟ ਮੇ ਵਸੇ, ਮੇਰੇ ਮਨ ਦੇ ਵਿੱਚ ਸ਼ਬਦ ਵਸੇ। ਵਿੱਚੋਂ ਭਰਮ ਗਵਾਏ, ਆਪਣੇ ਇਸ ਭਰਮ ਦਾ ਜੀਵਨ, ਇਹ ਜਿਹੜਾ ਸੁਪਨਾ ਹੈ, ਇਸ ਤੋਂ ਜਗ ਜਾਏ ਇਨਸਾਨ ਕਿ ਜੀਵਨ ਦਾ ਕੁਝ ਹੋਰ ਹੈ, ਮੈਂ ਜੀ ਕੁਝ ਹੋਰ ਰਿਹਾ। ਤਨ ਮਨ ਨਿਰਮਲ, ਨਿਰਮਲ ਬਾਣੀ, ਨਾਮੋ ਮਨ ਵਸਾਏ। ਸ਼ਬਦ ਗੁਰੂ ਭਵ ਸਾਗਰ ਤਰੀਏ, ਇਤ ਓਤ ਏਕੋ ਜਾਣੇ। त्रै सौ तंगल वाई कहिए, तिसका कवन आधारो। महाराज कहते हैं 300 अंगल वाई औदू, सुन सच आहारो। ਇਹ ਜਿਹੜਾ ਸਵਾਸ ਦਾ ਆਧਾਰ ਵੀ ਸੁਣ ਦੇ ਵਿੱਚ ਹੈ। ਇਹ ਸੁਣ ਤੋਂ ਫਲੋ ਕਰ ਰਿਹਾ ਹੈ ਸਭ ਕੁਝ। ਸੁਣ ਤੋਂ ਸਮਾਧੀ ਸਟੇਟ ਹੈ। ਗੁਰੂ ਨੇ ਸਾਰਾ ਸਮਝਾਇਆ ਹੈ ਗੱਲ, ਔਰ ਸਮਝਾਉਂਦੇ ਹੋਏ ਇਹ ਪੁਕਾਰਦੇ ਹਨ ਕਿ ਬਿਨਾਂ ਤਤ ਗਿਆਨ ਨੂੰ ਜਾਣੇ ਨਾ ਜਾਈ ਜੀਵਨ ਨੂੰ ਛੱਡ ਕੇ। ਤ੍ਰੈ ਗੁਣ ਮੇਟੇ ਚੌਥੇ ਚਿਤ ਲਾਇਆ। ਜਦੋਂ ਤਿੰਨ ਮਿਟ ਜਾਣਗੇ, ਤਿੰਨ ਗੁਣਾਂ ਤੋਂ ਬਿਯੋਂਡ ਇੱਕ ਚੌਥਾ ਪਦ ਆਏਗਾ। ਨਾਨਕ ਹਉਮੈ ਮਾਰ ਬ੍ਰਹਮ ਮਿਲਾਇਆ, ਪੂਰੇ ਸਤਿਗੁਰ ਸ਼ਬਦ ਸੁਣਾਇਆ। ਸਹਿਜੇ ਗੁਣ ਰਵੇ ਸੱਚੇ ਮਨ ਮਾਹੇ, ਪੂਰੇ ਸਤਿਗੁਰ ਸ਼ਬਦ ਸੁਣਾਇਆ। ਤ੍ਰੈ ਗੁਣ ਮੇਟੇ ਚੌਥੇ ਚਿਤ ਲਾਇਆ, ਨਾਨਕ ਹਉਮੈ ਮਾਰ ਬ੍ਰਹਮ ਮਿਲਾਇਆ। ਹਉਮੈ ਨੂੰ ਮਾਰ ਦਿੱਤਾ, ਈਗੋ ਦੇ ਬਿਯੋਂਡ ਚਲੇ ਗਏ। ਇਹ ਤਿੰਨਾਂ ਗੁਣਾਂ ਦਾ ਜੀਵਨ ਹੀ ਮੈਂ ਜਾਣਦਾ ਹਾਂ ਜੀਵਨ। ਦਿਸ ਇਜ਼ ਆਲ ਆਈ ਨੋ ਅਬਾਊਟ ਲਾਈਫ। ਗੁਰੂ ਇੱਕ ਨਵੀਂ ਡਾਇਮੈਂਸ਼ਨ ਖੋਲਦਾ ਹੈ। ਤ੍ਰੈ ਗੁਣ ਅਤੀਤ, ਤ੍ਰੈ ਗੁਣਾਂ ਵਿੱਚ ਸਹਿਜ ਨਾ ਪਾਈਏ, ਤ੍ਰੈ ਗੁਣ ਭਰਮ ਭੁਲਾਏ। ਮਹਾਰਾਜ ਬਾਰ-ਬਾਰ ਪ੍ਰੇਰਦੇ ਹਨ ਕਿ ਇਸ ਮੂਵਿੰਗ ਮਾਈਂਡ ਨੂੰ ਤਿਆਗ ਦਈਏ। ਇਹ ਮਨ ਚਲਤੇ ਹੋ, ਇਹ ਚੱਲਦਾ ਹੋਇਆ ਮਨ, ਇਹਨੂੰ ਤਿਆਗ ਦੇ, ਫਿਰ ਅੰਮ੍ਰਿਤ ਮਿਲੇਗਾ। ਤਹਿ ਗੁਣੀ ਸੰਸਾਰ, ਸਾਰਾ ਸੰਸਾਰ ਹੈ ਤਿੰਨਾਂ ਗੁਣਾਂ ਦੇ ਵਿੱਚ ਜੀ ਰਿਹਾ ਹੈ, ਜਿਵੇਂ ਅਸੀਂ ਸਭ ਜੀ ਰਹੇ ਹਾਂ ਮਹਾਰਾਜ। ਫਿਰ ਕੀ ਹੁੰਦਾ ਹੈ? ਸੁੱਤਿਆ ਰਹਿਣ ਵਿਹਾਣੀ, ਸੁੱਤਿਆ ਹੀ ਜੀਵਨ ਨਿਕਲ ਗਿਆ। ਰਹਿਣ ਤਾਂ ਜੀਵਨ ਹੈ, ਬਿਨਾਂ ਤਤ ਗਿਆਨ ਨੂੰ ਜਾਣੇ ਜੀਵਨ ਨਿਕਲ ਗਿਆ। ਗੁਰ ਕਿਰਪਾ ਤੇ ਸੇ ਜਨ ਜਾਗੇ। ਗੁਰੂ ਦੀ ਕਿਰਪਾ ਨਾਲ ਜਗ ਜਾਂਦਾ ਹੈ ਮਨ। ਜਾਗ ਲਿਓ ਰੇ ਮਨਾ, ਜਾਗ ਲਿਓ। ਗੁਰੂ ਦੀ ਕਿਰਪਾ ਹੋ ਜਾਏ ਤਾਂ ਸੇ ਜਨ ਜਾਗੇ, ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਜਿਨ੍ਹਾਂ ਦੇ ਮਨ ਦੇ ਵਿੱਚ ਅੰਮ੍ਰਿਤ ਦੀ ਬਾਣੀ ਬਸ ਹੋ ਗਈ, ਘਰ ਕਰ ਗਈ। ਗਾਵੀਏ ਸੁਣੀਏ ਮਨ ਰੱਖੀਏ ਪਾਓ। ਸੁਰਤ ਔਰ ਸ਼ਬਦ ਮਿਲ ਗਿਆ। ਮਹਾਰਾਜ ਕਹਿੰਦੇ ਨੇ ਉੱਥੇ ਗੁਰੂ ਦੀ ਕਿਰਪਾ ਹੋ ਗਈ। ਇਹ ਪੁੰਨ ਔਰ ਪਾਪ ਤੋਂ ਅੱਗੇ ਦਾ ਇੱਕ ਜੀਵਨ, ਇੱਕ ਨਵਾਂ ਜੀਵਨ ਮਿਲ ਗਿਆ ਹੈ। ਵਾਂਡਰਿੰਗ ਹੁਣ ਖਤਮ ਹੋ ਗਈ ਹੈ।
ਆਨੰਦ ਦੇ ਦਰਸ਼ਨ ਹੋ ਗਏ ਹਨ ਮਹਾਰਾਜ। ਜਿਸ ਸੁੱਖ ਨੂੰ ਮੈਂ ਕਾਰਨ ਵਿੱਚ ਲੱਭਦਾ ਹਾਂ, ਕੌਜ਼ ਵਿੱਚ ਲੱਭਦਾ ਹਾਂ। ਵੈਸਟ ਦਾ ਇੱਕ ਫਿਲਾਸਫਰ ਹੈ, ਉਹ ਕਹਿੰਦਾ ਹੈ ਕਿ ਜਦੋਂ ਇਨਸਾਨ ਨਿਰਾਸ਼ ਹੋ ਜਾਂਦਾ ਹੈ, then he seeks refuge in pleasure when he is hopeless about life। ਤਾਂ ਇੰਸਟੈਂਟ ਗ੍ਰੈਟੀਫਿਕੇਸ਼ਨ ਵਿੱਚ ਹੀ ਅਸੀਂ ਜੀ ਰਹੇ ਹਾਂ। ਸਾਨੂੰ ਇੰਸਟੈਂਟ ਗ੍ਰੈਟੀਫਿਕੇਸ਼ਨ ਚਾਹੀਦੀ ਹੈ, ਪਲੇਜਰ ਚਾਹੀਦੇ ਹਨ, ਪਰ ਇਹ ਕੋਈ ਸਾਨੂੰ ਦੱਸ ਨਹੀਂ ਰਿਹਾ ਕਿ ਜੀਵਨ ਦੇ ਵਿੱਚ ਜੋ ਤੱਤ ਦੇ ਵਿੱਚ ਛਿਪਿਆ ਹੈ ਆਨੰਦ, ਉਹ ਮੇਰੇ ਨਾਲ ਹੀ ਹੈ। ਔਰ ਉਸ ਦਾ ਗਿਆਨ ਗੁਰੂ ਨੂੰ ਮਿਲਣ ਨਾਲ ਹੋ ਜਾਂਦਾ ਹੈ। ਇਹੀ ਗੁਰੂ ਔਰ ਸਿੱਖ ਦਾ ਮਿਲਣ ਦਾ ਕੈਟਾਕਲਿਜ਼ਮ ਹੈ। ਇਹੀ ਇਵੈਂਟ ਹੋ ਰਿਹਾ ਹੈ ਇੱਥੇ, ਜਿੱਥੇ ਆਨੰਦ ਦੀ ਵਰਖਾ ਹੋ ਰਹੀ ਹੈ। ਸਿੱਖ ਔਰ ਗੁਰੂ ਮਿਲਦਾ ਹੈ, ਆਨੰਦ ਦੀ ਵਰਖਾ ਹੋ ਜਾਂਦੀ ਹੈ। ਹੈਪੀਨੈਸ ਵਿਦਾਊਟ ਰੀਜ਼ਨ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਗੁਰੂ ਅਮਰਦਾਸ ਮਹਾਰਾਜ ਜੀਵਨ ਦੇ ਤਤ ਗਿਆਨ ਦੀ ਗੱਲ ਕਰਦੇ ਹਨ। ਉਹਦੇ ਵਿੱਚ ਜਿੱਥੇ ਮੇਰਾ ਇਹ ਤ੍ਰੈ ਗੁਣਾ ਤੋਂ ਪਰੇ ਦਾ ਇੱਕ ਜੀਵਨ ਖੁੱਲਦਾ ਹੈ, ਇੱਕ ਨਵੇਂ ਮਨ ਦੀ ਗੱਲ ਚਲਾ ਰਹੇ ਹਨ। ਔਰ ਉਹਦੇ ਨਾਲ ਫਿਰ ਕੀ ਹੋਏਗਾ ਮਹਾਰਾਜ? ਤਾਂ ਮਹਾਰਾਜ ਕਹਿੰਦੇ ਹਨ ਕਿ ਜਗ ਜਾਏਗਾ ਫਿਰ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ, ਬੋਲੇ ਅੰਮ੍ਰਿਤ ਬਾਣੀ। ਫਿਰ ਜਗ ਜਾਏਗਾ ਮਨ, ਇਹ ਬਾਣੀ ਮੈਨੂੰ ਜਗਾਏਗੀ। ਤਾਂ ਕਿਸ ਤਰ੍ਹਾਂ ਬਾਣੀ ਵਿੱਚ ਜਾਣਾ ਹੈ? ਡੈਸਪਰੇਸ਼ਨ ਵਿੱਚ ਜਾਣਾ ਹੈ? ਪ੍ਰੈਸ਼ਰ ਵਿੱਚ ਜਾਣਾ ਹੈ? ਮਹਾਰਾਜ ਕਹਿੰਦੇ ਨੇ ਪ੍ਰੇਮ ਵਿੱਚ ਜਾਣਾ ਹੈ। ਭਾਵਨੀ ਭਗਤ ਪਾਏ, ਕੋਡੀ ਅਗਰ ਭਾਗ ਰਾਖੇ, ਤਾਹੇ ਗੁਰ ਸਰਬ ਨਿਦਾਨ ਦਾਨ ਦੇਤ ਹੈ। ਇਹ ਫੀਅਰ ਨੂੰ ਕਨਵਰਟ ਕਰਕੇ ਪ੍ਰੇਮ ਬਣਾ ਦੇਣਾ ਹੈ ਮਹਾਰਾਜ। 38ਵੀਂ ਪੌੜੀ ਇਹੀ ਆਦੇਸ਼ ਕਰਦੀ ਹੈ, ਜਤ ਪਹਾਰਾ ਤੀਰਥ ਸੁਨਿਆਰ, ਐਰਨ ਮਤ ਵੇਦ ਹਥਿਆਰ, ਪਾਉ ਖਲਾਗਣ ਤਪਤਾਓ, ਅੰਮ੍ਰਿਤ ਟਾਲ, ਕੜੀਏ ਸ਼ਬਦ ਸੱਚੀ ਟਕਸਾਲ। ਇੱਕ ਨਵਾਂ ਜੀਵਨ ਹੈ ਹਜੂਰ, ਸ਼ਬਦ ਦਾ ਜੀਵਨ ਹੈ, ਫਾਰਮਲੈਸ ਤੋਂ ਆ ਰਿਹਾ ਹੈ। ਇੱਕ ਨਵੀਂ ਲਾਈਫ ਹੈ, ਆਤਮਕ ਜੀਵਨ ਹੈ, ਪਿਨਿਕਲ ਆਫ ਕ੍ਰੀਏਸ਼ਨ ਹੈ, ਜਿੱਥੇ ਸਾਰੀ ਕ੍ਰੀਏਸ਼ਨ ਰਿਵੀਲ ਹੋ ਰਹੀ ਹੈ, ਸਭ ਸੀਕ੍ਰੇਟਸ ਰਿਵੀਲ ਹੋ ਰਹੀ ਹਨ ਲਾਈਫ ਦੀਆਂ। ਇੱਕ ਆਨੰਦ ਦੀ ਪ੍ਰੈਜ਼ੈਂਸ ਹੈ, ਬਾਹਰ ਭੀਤਰ ਇੱਕ ਹੋ ਜਾਂਦੇ। ਸੀਮਲੈਸ ਕ੍ਰੀਏਸ਼ਨ ਨੂੰ ਜਾਣ ਲਿਆ ਹੈ ਕਿ ਮੇਰੇ ਅੰਦਰ ਔਰ ਬਾਹਰ ਵਿੱਚ ਕੋਈ ਅੰਤਰ ਨਹੀਂ ਹੈ, ਇੱਕ ਹੀ ਐਨਰਜੀ ਸਾਨੂੰ ਜੋੜਦੀ ਹੈ। ਕੌਣ ਦੱਸੇਗਾ? ਗੁਰੂ ਦੱਸੇਗਾ ਮਹਾਰਾਜ। ਐਸੇ ਕਰਕੇ ਗੁਰੂਆਂ ਨੇ ਸੇਵਾ ਕੀਤੀ ਆਪਣੇ ਗੁਰੂ ਦੀਆਂ। ਗੁਰੂ ਅਮਰਦਾਸ 13 ਵਰੇ ਗਾਗਰ ਹੀ ਢੋਂਦੇ ਰਹੇ ਰਾਤ ਦੇ ਹਨੇਰੇ ਵਿੱਚ। ਬਜ਼ੁਰਗੀ ਦੀ ਉਮਰ ਵਿੱਚ ਉਹਨਾਂ ਨੂੰ ਪਤਾ ਸੀ ਇਹ ਤਤ ਗਿਆਨ ਮੈਨੂੰ ਲੈਣਾ ਹੈ, ਗੁਰੂ ਤੋਂ ਤਤ ਗਿਆਨ ਲੈਣਾ ਹੈ ਮੈਂ। ਜਦੋਂ ਗੁਰਿਆਈ ਬਖਸ਼ੀ, ਗੁਰੂ ਅੰਗਦ ਸਾਹਿਬ ਨੇ ਕਿਹਾ, ਮੈਂ ਤੈਨੂੰ ਸਿਰੇ ਪਾਉ ਦਿੱਤੇ ਹਨ, ਮੈਨੂੰ ਗਿਣਾ ਕੇ ਦੇ ਕਿੱਥੇ ਹਨ। ਤਾਂ 13 ਸਿਰੇ ਪਾਉ ਗੁਰੂ ਅਮਰਦਾਸ ਨੇ ਆਪਣੀ ਪਗੜੀ ਦੇ ਵਿੱਚ ਹੀ ਬੰਨੇ ਹੋਏ ਸਨ, ਉਹ ਸਾਰੇ ਗਿਣਵਾਏ। ਕਿਰਪਾ ਹੋਈ ਹੈ, ਕਿਧਰੇ ਕਿਰਪਾ ਨੂੰ ਨਜ਼ਰ ਅੰਦਾਜ਼ ਤੇ ਨਹੀਂ ਕਰ ਦਿੱਤਾ ਹੈ। ਦਾਤ ਮਿਲੀ ਹੈ ਗੁਰੂ ਤੋਂ, ਉਹਨੂੰ ਸੰਭਾਲਿਆ ਹੈ। ਗੁਰੂ ਨੇ ਬਖਸ਼ਿਸ਼ ਕੀਤੀ ਹੈ, ਉਹਨੂੰ ਮਨ ਵਿੱਚ ਵਸਾਇਆ ਹੈ। ਗੁਰੂ ਨੇ ਪ੍ਰੇਮ ਦਿੱਤਾ ਹੈ, ਤੁਸੀਂ ਪ੍ਰੇਮ ਨਾਲ ਸਵੀਕਾਰ ਕੀਤਾ ਹੈ। ਗੁਰੂ ਤਾਂ ਸਭ ਕੁਝ ਦੇਣ ਨੂੰ ਆਦਾ ਹੈ, ਸ੍ਰਿਸ਼ਟੀ ਦੇ ਸਾਰੇ ਰਾਜ ਦੇਣ ਨੂੰ ਗੁਰੂ ਆਪਣੇ ਸਿੱਖ ਨੂੰ ਕੀਨ ਹੈ। ਪਰ ਉਹਨੂੰ ਸਿੱਖ ਤਾਂ ਹੀ ਸੰਭਾਲੇਗਾ ਜਦੋਂ ਸ਼ਬਦ ਦਾ ਗਿਆਨ ਹੋਏਗਾ, ਜਦੋਂ ਪ੍ਰੇਮ ਨਾਲ ਸ਼ਬਦ ਪੜ੍ਹੇਗਾ।
ਜਦੋਂ ਸਮਾ ਜਾਏਗਾ ਸ਼ਬਦ ਵਿੱਚ, ਫਿਰ ਉਸ ਤੋਂ ਬਾਅਦ ਹੋਰ ਕੁਝ ਮੈਟਰ ਨਹੀਂ ਕਰਦਾ ਹੈ। ਇਹ ਸਾਰੀ ਕ੍ਰੀਏਸ਼ਨ ਜਸਟੀਫਾਈ ਹੁੰਦੀ ਹੈ ਇਸ ਮੀਟਿੰਗ ਵਿੱਚ। ਸਾਰੀ ਰਿਲੇਸ਼ਨਸ਼ਿਪਸ, ਸਾਰੇ ਕੰਮ ਸਭ ਇੱਥੇ ਪੂਰਨ ਹੋ ਜਾ ਰਹੇ ਹਨ। ਇਸ ਇੱਕ ਕੰਮ ਵਿੱਚ ਸਾਰੀ ਸ੍ਰਿਸ਼ਟੀ ਦੇ ਕੰਮ ਬਸੇ ਹੋਏ ਹਨ। ਇਹਦੇ ਬਿਨਾਂ ਕੁਝ ਵੀ ਨਹੀਂ ਹੈ, ਇਹਦੇ ਨਾਲ ਸਭ ਕੁਝ ਹੈ। ਨਾਨਕ ਲੇਖੇ ਇੱਕ ਗੱਲ, Guru is opening dimensions beyond my imagination, beyond my thought, revealing a space in my mind which I cannot go to myself. So asthan batavo mita, जाके हर हर कीर्तन नीता। साध संग मिल कीर्तन गाइए, सो स्थान गुरु ते पाइए। आओ सब मिल के गाइए, शब्द नू मन विच वसाइए। गुरु अमरदास गुरु नानक साहब, 10वें गुरु नानक गुरु गोबिंद सिंह साहिब सच्चे पातशाह नू मिलन वल चलिए। एक मीटिंग है डेस्टिन्ड सिख और गुरु दी। वो नित हो सकती है, सदा हो सकती है। ਉਹਦੀ ਪੋਸੀਬਿਲਿਟੀਜ਼ ਮੇਰੇ ਤੋਂ ਸ਼ੁਰੂ ਹੋਣਗੀਆਂ। ਮੈਂ ਸਿੱਖ ਬਣਾਂਗਾ ਜੇ ਕੋ ਸਿੱਖ ਗੁਰਸੇਤੀ ਸੰਮੁਖ ਹੋਵੇ। ਮੈਂ ਸੰਮੁਖ ਹੋਵਾਂਗਾ ਗੁਰੂ ਅੱਗੇ, ਆਪਣੇ ਮਨ ਨੂੰ ਅਰਪਣ ਕਰਾਂਗਾ ਤਾਂ ਗੁਰੂ ਮੈਨੂੰ ਜੀਵਨ ਬਖਸ਼ ਦੇਗਾ, ਸਦਾ ਵਿਗਾਸ ਵਾਲਾ ਜੀਵਨ ਬਖਸ਼ ਦੇਗਾ। ਗੁਰੂ ਇੱਕ ਨਵੀਂ ਸ੍ਰਿਸ਼ਟੀ ਮੇਰੇ ਅੱਗੇ ਖੋਲ ਦੇਗਾ, ਜੋ ਇਸ ਕ੍ਰੀਏਸ਼ਨ ਨੂੰ ਡਾਇਰੈਕਸ਼ਨ ਦਿੰਦੀ ਹੈ। ਜੀਵਨ ਦੀ ਲੌਜਿਕ ਦੇ ਬਿਯੋਂਡ ਇੱਕ ਨਵਾਂ ਜੀਵਨ ਖੋਲਦੀ ਹੈ, ਜਿੱਥੇ ਸਦਾ ਹੀ ਆਨੰਦ ਹੈ, मीनिंग है, डाउट नहीं है, फेलियर नहीं है, लॉस नहीं है, डर नहीं है, गलती भी नहीं है। तो सब ऐसे फल चल रहे हैं। भगत कबीर कहते हैं, चल रे बैकुंठ तुझे ले तारो। चल बैकुंठ नू चलिए। भगत रविदास कहते हैं कि उस जगह नू लभीए जिथे दुख नहीं है, उसका ज्ञान प्राप्त कर लईए। उस शहर नू जाइए जिथे सदा विकास है। बेगमपुरा शहर को नाओ, दुख अंधो नहीं तैठाओ। अब मोहे खूब वतन गए पाई, उहा खैर सदा मेरे पाई। इत्थे सदा खैर है महाराज, सदा ही मेरी किरपा मेरे ते बहंदी है, सदा ही आनंद दे विच जीना हाँ। इत्थे कोई इनकंप्लीट नहीं रह जाता, कोई डर दुख अंधो नहीं रह जाता महाराज। यह गुरु की किरपा नाल मिलता है। यह वो वस्तु है जिथे मन बेचन नाल सब कुछ मिलता है। कंचन सो पाइए नहीं तोल, मन दियो नाम। जदों मन देंदा हाँ तां मैनू मिलता है, सोना भी दे दिया तां भी नहीं मिलता है। मन देण नाल मिलता है, मन नू बेचन नाल मिलता है, प्रेम नाल मिलता है महाराज। प्रेम विच सारा ट्रांजैक्शन हो जाता है और प्रेम ही बहता रहता है। मन देओ मन दे राम, नाम लिया है मोल। मन दे राम लिया है मोल, मन दे के मैं उसनू मुल ले लिया है। बेच दिता अपने मन नू और सदा विकास का जीवन मिल गया है। गुरु एक नवी ट्रेड की गल करता है, एक नवे जीवन की गल करता है।
ਇੱਕ ਇਹੋ ਜਿਹੇ ਸਿਖਰ ਦੀ ਗੱਲ ਕਰਦਾ ਹੈ ਜੀਵਨ ਦੀ, ਜਿਹਨੂੰ ਮੈਂ ਜਾਣ ਨਹੀਂ ਸਕਦਾ ਬਿਨਾਂ ਗੁਰੂ ਦੇ। ਹਉਮੈ ਨੂੰ ਗੇਰੇ ਬਿਨਾਂ ਜਿੱਥੇ ਜਾ ਨਹੀਂ ਸਕਦਾ ਹਾਂ ਮਹਾਰਾਜ, ਫਿਰ ਕੀ ਹੋਏਗਾ ਹਜੂਰ। ਕਹਿ ਨਾਨਕ ਸੋ ਤਤ ਪਾਏ, ਜਿਸ ਨੂੰ ਅਨ ਦਿਨ ਹਰ ਲਿਵ ਲਾਗੇ, ਜਾਗਤ ਰਹਿਣ ਵਿਹਾਣੀ। ਫਿਰ ਇਹ ਸਾਰਾ ਜੀਵਨ ਜਾਗਤ ਜੋਤ ਦੇ ਦਰਸ਼ਨ ਵਿੱਚ ਰਹੇਗਾ। ਫਿਰ ਇੱਥੇ ਤਤ ਗਿਆਨ ਹੋ ਜਾਏਗਾ ਕਿ ਜੀਵਨ ਹੈ ਕੀ, what is the reality of life। ਕਹੇ ਨਾਨਕ ਸੋ ਤਤ ਪਾਏ, ਉਸ ਨੂੰ ਤਤ ਮਿਲ ਗਿਆ, ਆਨੰਦ ਮਿਲ ਗਿਆ ਮਹਾਰਾਜ। ਜਿਸ ਨੂੰ ਅਨ ਦਿਨ ਹਰ ਲਿਵ ਲਾਗੇ, ਰਾਤ ਦਿਨ ਹੁਣ ਸਮਾਂ ਕੋਈ ਮੀਨਿੰਗ ਨਹੀਂ ਰਹਿ ਗਿਆ, ਟਾਈਮ ਤੋਂ ਬਿਯੋਂਡ ਲਿਵ ਲੱਗ ਗਈ, ਹੁਣ ਜੁੜ ਗਿਆ, ਮਿਲਣ ਹੋ ਗਿਆ। ਇਸ ਮਿਲਣ ਦੀ ਹੀ ਸਾਰੀ ਕਥਾ ਜੀਵਨ ਹੈ। ਇਸ ਮਿਲਣ ਦੀ ਹੀ ਸਾਰੀ ਸਟੋਰੀ ਗੁਰੂ ਗ੍ਰੰਥ ਸਾਹਿਬ ਵਿੱਚ ਰਿਵੀਲ ਹੋ ਰਹੀ ਹੈ। ਇਸ ਮਿਲਣ ਦੀ ਹੀ ਬਰਖਾ ਆਨੰਦ ਹੈ। ਗੁਰੂ ਗ੍ਰੰਥ ਸਾਹਿਬ ਇਸ ਮਿਲਣ ਵੱਲ ਹੀ ਸਾਨੂੰ ਟੋਰਨਾ ਚਾਹੁੰਦੇ ਹਨ। ਡਿਵਿਸਿਵ ਮਾਈਂਡ ਨਹੀਂ ਹੈ, ਯੂਨੀਫਾਈਡ ਹੈ, ਔਰ ਪ੍ਰੇਮ ਵਿੱਚ ਰਿਵੀਲ ਹੁੰਦਾ ਹੈ ਗੁਰੂ ਨਾਲ। ਕਿਤਨੀ ਵੱਡੀ ਉਡਾਰੀ ਅੱਜ ਗੁਰੂ ਅਮਰਦਾਸ ਨੇ ਸਾਡੇ ਸਾਹਮਣੇ ਰੱਖੀ ਹੈ। ਕਿਤਨਾ ਕੁਝ ਸਮਝਾਇਆ ਹੈ। ਧੰਨਵਾਦ ਹੈ ਗੁਰੂ ਦਾ। ਗੋਬਿੰਦਵਾਲ ਦਾ ਹੈ ਗੁਰੂ, ਜੀਵਨ ਦੇ ਉਸ ਤਤ ਗਿਆਨ ਨੂੰ ਦੱਸਦਾ ਹੈ ਜਿਹਦੇ ਨਾਲ ਮੇਰਾ ਮਨ ਔਰ ਮੇਰਾ ਜੀਵਨ ਦੋਨੋਂ ਸਦਾ ਲਈ ਬਦਲੀ ਹੋ ਸਕਦੇ ਹਨ, ਜਿਹਦੇ ਵਿੱਚ ਸਹਿਜ ਔਰ ਆਨੰਦ ਦਾ ਜੀਵਨ ਮਿਲ ਸਕਦਾ ਹੈ। ਆਓ ਇੱਕ ਅਰਦਾਸ ਨਾਲ ਗੁਰੂ ਵੱਲ ਟੁਰੀਏ, ਸ਼ਬਦ ਦੇ ਵੱਲ ਟੁਰੀਏ, ਸ਼ਬਦ ਨੂੰ ਕਮਾਈਏ। ਤ੍ਰੈ ਗੁਣ ਮੀਟੇ ਸ਼ਬਦ ਵਸਾਏ, ਤਾਂ ਮਨ ਚੁੱਕੇ ਹੰਕਾਰੋ। ਫਿਰ ਹੰਕਾਰ ਤੋਂ ਪਰੇ ਚਲੇ ਜਾਵਾਂਗੇ, ਹਉਮੈ ਦੇ ਪਰੇ ਦਾ ਜੀਵਨ ਜਾਣ ਲਵਾਂਗੇ। ਸਿਮਰਤ ਸ਼ਾਸਤਰ ਪੜੇ ਮਨ ਕੀਤੇ, ਬਿਨ ਸ਼ਬਦੇ ਸੁਰਤ ਨਾ ਪਾਈ। ਬਿਨ ਸ਼ਬਦੇ ਸੁਰਤ ਨਾ ਪਾਈ। ਬਿਨਾਂ ਉਸ ਅਨਡਿਫਾਈਂਡ ਸ਼ਬਦ ਦੀ ਰੈਵਲੇਸ਼ਨ ਤੋਂ ਗਿਆਨ ਨਹੀਂ ਹੋ ਪਾਏਗਾ। ਤ੍ਰੈ ਗੁਣ ਸਭੇ ਰੋਗ ਵਿਆਪੇ, ਮਮਤਾ ਸੁਰਤ ਗਵਾਈ। ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇੱਥੇ ਤਾਂ ਸਿਰਫ ਹਰੀ ਵਸਦਾ ਹੈ ਮਹਾਰਾਜ। ਉਹਦੀ ਨਜ਼ਰ ਨਾਲ ਗਿਆਨ ਹੋਏਗਾ, ਔਰ ਉਹੀ ਸੁੱਖਾਂ ਦਾ ਕਾਰਨ ਹੈ, ਬਾਕੀ ਸਭ ਦੁੱਖ ਦੇ ਕਾਰਨ ਹਨ ਹਜੂਰ। ਆਪ ਦਾ ਬਹੁਤ ਧੰਨਵਾਦ ਹੈ। 27ਵੀਂ ਪੌੜੀ ਦੇ ਬਹੁਤ ਨਿਰਾਲੇ ਦਰਸ਼ਨ ਹਨ। ਪ੍ਰੇਮ ਸਹਿਤ ਗੁਰੂ ਨੂੰ ਧੰਨਵਾਦ ਹੈ, ਆਪ ਦਾ ਧੰਨਵਾਦ ਹੈ। ਮੇਰੀਆਂ ਗਲਤੀਆਂ ਖਿਮਾ ਕਰ ਦੇਣਾ। ਗੁਰੂ ਮਹਾਰਾਜ ਦੀ ਆਸੀਸ ਰਹੇ, ਨਦਰ ਰਹੇ, ਪ੍ਰੇਮ ਆ ਜਾਏ ਜੀਵਨ ਵਿੱਚ, ਸ਼ਬਦ ਦੀ ਕਮਾਈ ਕਰ ਸਕੀਏ, ਤਤ ਗਿਆਨ ਨੂੰ ਜਾਣ ਸਕੀਏ। 27ਵੀਂ ਪੌੜੀ ਦੀ ਵਿਚਾਰ ਇਤਨੀ ਹੀ ਪ੍ਰਵਾਨ ਕਰਨਾ ਹਜੂਰ। ਆਪ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।